ਸਤਨਾਮ ਵਾਹਿਗੁਰੂ ਸਾਹਿਬ ਜੀ। ਤੂ ਠਾਕੁਰੋ ਬੈਰਾਗਰੋ, ਮੈਂ ਜਿਹੀ ਕਹਣ ਚੇਰੀ ਰਾਮ। ਤੂ ਸਾਗਰੋ ਰਤਨਾਗਰੋ, ਹਉ ਸਾਰ ਨ ਜਾਣਾ ਤੇਰੀ ਰਾਮ। ਸਾਰ ਨ ਜਾਣਾ ਤੂੰ ਵਡਦਾਣਾ, ਕਰ ਮੇ ਰਮਤ ਸਾਈਂ। ਕਿਰਪਾ ਕੀਜੈ ਸਾਮਤ ਦੀਜੈ, ਆਠ ਪਹਿਰ ਤੁਧ ਧਿਆਈ। ਗਰਭ ਨਾ ਕੀਜੈ ਰੇਣ ਹੋਵੀਜੈ, ਤਾਗਤ ਜੀਅਰੇ ਤੇਰੀ। ਸਭ ਉਪਰ ਨਾਨਕ ਕਾ ਠਾਕੁਰ, ਮੈਂ ਜਿਹੀ ਕਣ ਚੇਰੀ ਰਾਮ। ਬੇਸੁਮਾਰ ਅਥਾਹ ਅਗਨਤ ਤੋਲੇ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਦਾ ਅਕਲ ਲਿਵ ਰਹੈ, ਕਰਨ ਸਿਉ ਇੱਛਾ ਚਾਰਹਿ। ਦ੍ਰੋਮ ਸਪੂਰ ਜਿਉ ਨਿਵੈ, ਖਵੈ ਕਸ ਬਿਮਲ ਵਿਚਾਰਹਿ। ਸਦਾ ਅਕਲ ਲਿਵ ਰਹੈ, ਕਰਨ ਸਿਉ ਇੱਛਾ ਚਾਰਹਿ। ਦ੍ਰੋਮ ਸਪੂਰ ਜਿਉ ਨਿਵੈ, ਖਵੈ ਕਸ ਬਿਮਲ ਵਿਚਾਰਹਿ। ਇਹ ਤਤ ਜਾਣਿਓ ਸਰਬ ਗਤ ਅਲਖ ਬਿਡਾਣੀ। ਸਹਿਜ ਭਾਏ ਸੰਚਿਓ ਕਿਰਣ ਅੰਮ੍ਰਿਤ ਕਲ ਬਾਣੀ। ਗੁਰ ਗਮ ਪਰਮਾਨ ਤੈ ਪਾਇਓ, ਸਤ ਸੰਤੋਖ ਗ੍ਰਹਜ ਲਿਓ। ਹਰ ਪਰਸਿਓ ਕਲ ਸਮੁਲਵੈ, ਜਨ ਦਰਸ਼ਨ ਲਹਿਣੇ ਪਇਓ। ਹਰ ਪਰਸਿਓ ਕਲ ਸਮੁਲਵੈ, ਜਨ ਦਰਸ਼ਨ ਲਹਿਣੇ ਪਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ। ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਾਮਤ ਹੈ, ਅਥਾਹ ਬਖਸ਼ਿਸ਼ ਹੈ, ਜੋ ਆਪ ਸਭ ਗੁਰਸਿੱਖ ਸਤਸੰਗੀ ਜਨ ਸਤਿਗੁਰੂ ਕੀ ਰਹਿਮਤ ਨੂੰ ਮਾਣਦਿਆਂ ਹੋਇਆਂ ਸਤਿਗੁਰੂ ਕੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤ ਸੰਗਤ ਰੂਪ ਵਿੱਚ ਜੁੜ ਬੈਠ ਕੇ ਆਪਣੇ ਮਨੁੱਖਾ ਜਨਮ ਦੇ ਦੁਰਲੱਭ ਅਵਸਰ ਨੂੰ ਸਫਲ ਕਰਨ ਦਾ ਸ਼੍ਰੇਸ਼ਟ ਨਿਰਮਲ ਯਤਨ ਕਰ ਰਹੇ ਹੋ ਜੀ। ਬੜੇ ਸੁਭਾਗਸ਼ਾਲੀ ਹੋ। ਸਤਿਗੁਰੂ ਕੀ ਅਪਾਰ ਕਿਰਪਾ ਹੈ
ਆਪ ਜੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਸ਼ਰਵਣ ਕਰਕੇ ਨਿਰੰਤਰ ਅਧਿਆਤਮਿਕ ਲਾਭ ਪ੍ਰਾਪਤ ਕਰਨ ਦਾ ਸ਼੍ਰੇਸ਼ਟ ਯਤਨ ਕਰਦੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਅੰਤਰਗਤ ਆਪ ਜੀ ਭੱਟ ਸਾਹਿਬਾਨਾਂ ਦੀ ਪਾਵਨ ਬਾਣੀ ਜੋ ਗੁਰੂ ਕੇ ਅਗੰਮ ਅਗੋਚਰ ਪਾਰ ਬ੍ਰਹਮ ਪਰਮੇਸ਼ਰ ਸਰੂਪ ਦਾ ਬੋਧ ਪੈਦਾ ਕਰਦਿਆਂ ਹੋਇਆਂ ਸਿਫਤ ਸਲਾਹ ਦੇ ਰੂਪ ਵਿੱਚ ਉਚਾਰਨ ਕੀਤੀ ਹੈ। ਸਵਈਏ ਮਹੱਲੇ ਦੂਜੇ ਦੀ ਪਾਵਨ ਬਾਣੀ ਦੀ ਆਪ ਜੀ ਲੜੀਵਾਰ ਕਥਾ ਸ਼ਰਵਣ ਕਰ ਰਹੇ ਹੋ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਦਾ ਅਕਲ ਲਿਵ ਹੈ ਕਰਨ ਸਿਉ ਇੱਛਾ ਚਾਰਹ। ਪਟ ਕਲ ਸਹਾਰ ਜੀ ਤਿਨ੍ਹਾਂ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਅਕਥ ਅਗੋਚਰ ਜੀਵਨ ਦੀ ਬੜੀ ਅਨੂਪਮ ਢੰਗ ਦੇ ਨਾਲ ਸਿਫਤ ਸਲਾਹ ਕਥਨ ਦਾ ਬੜਾ ਅਨੂਠਾ ਯਤਨ ਕੀਤਾ ਹੈ। ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਾਵਨ ਪਵਿੱਤਰ ਜੀਵਨ ਦੇ ਸਿਫਤ ਸਲਾਹ ਰੂਪ ਵਿੱਚ ਪਟ ਕਲ ਸਹਾਰ ਜੀ ਨੇ ਬਖਸ਼ਿਸ਼ ਕਰਦਿਆਂ ਫਰਮਾਇਆ ਸੀ ਇਸ ਤੋਂ ਪਹਿਲੇ ਸਵਈਆਂ ਦੀ ਵਿਆਖਿਆ ਦੇ ਅੰਤਰਗਤ ਕਿ ਹੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ, ਸ੍ਰਿਸ਼ਟੀ ਨੇ ਗੁਰੂ ਨਾਨਕ ਨੂੰ ਅਕਾਲ ਪੁਰਖ ਜਾਣਿਆ ਅਤੇ ਅਕਾਲ ਪੁਰਖ ਜਾਣ ਕੇ ਨਮਨ ਕੀਤਾ। ਉਸੇ ਅਕਾਲ ਪੁਰਖ ਸਤਿਗੁਰੂ ਸਰੂਪ ਦਾ ਤੁਹਾਡੇ ਮਸਤਕ ਦੇ ਉੱਪਰ ਹੱਥ ਧਰਿਆ ਗਿਆ। ਹੱਥ ਧਰਨ ਦੇ ਨਾਲ ਤੁਸੀਂ ਅੰਮ੍ਰਿਤ ਰਸ ਭਰਪੂਰ ਹਿਰਦੇ ਵਾਲੇ ਹੋ ਗਏ। ਪੰਜਾਂ ਵਿਕਾਰਾਂ ਦੀ ਜ਼ਹਿਰ ਆਪ ਜੀ ਦੇ ਜੀਵਨ 'ਚੋਂ ਨਿਕਲ ਕੇ ਐਸਾ ਨਿਰਮਲ ਜੀਵਨ ਬਣ ਗਿਆ ਕਿ ਜਿਸ ਦੇ ਉੱਪਰ ਵੀ ਆਪ ਜੀ ਦ੍ਰਿਸ਼ਟੀ ਹੁੰਦੀ ਸੀ ਉਹਦਾ ਵੀ ਜੀਵਨ ਪਾਪ ਵਿਕਾਰ ਦੀ ਮੈਲ ਤੋਂ ਰਹਿਤ ਹੋ ਜਾਂਦਾ ਸੀ। ਫਿਰ ਗੁਰੂ ਨਾਨਕ ਸਰੂਪ ਦੀ ਬਖਸ਼ਿਸ਼ ਨੂੰ ਪਾ ਕੇ ਤੁਸੀਂ ਅਜਰ ਨੂੰ ਜਰਿਆ। ਇਸ ਤਰ੍ਹਾਂ ਫਿਰ ਆਪ ਜੀ ਦਰਸ਼ਨ ਦੇ ਨਾਲ ਸਾਰੀ ਲੋਕਾਈ ਦਾ ਕਲਿਆਣ ਹੋਇਆ। ਜਿਵੇਂ ਗੁਰੂ ਨਾਨਕ ਸਰੂਪ ਨੇ ਬਾਣੀ ਦੇ ਪ੍ਰਵਾਹ ਨਾਲ ਸਾਰੇ ਸੰਸਾਰ ਵਿੱਚ ਕਲਿਆਣਤਾ ਵਰਤਾਈ, ਉਸੇ ਤਰ੍ਹਾਂ ਹੀ ਹੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ, ਆਪ ਜੀ ਦੀ ਕੀਰਤੀ ਵੀ ਸੱਤਾਂ ਦੀਪਾਂ ਦੇ ਵਿੱਚ ਪ੍ਰਗਟ ਹੋ ਰਹੀ ਹੈ ਅਤੇ ਆਪ ਜੀ ਗੁਰੂ ਨਾਨਕ ਦੇ ਸਮਾਨ ਹੀ ਇਸ ਸ੍ਰਿਸ਼ਟੀ ਦੇ ਵਿੱਚ ਰਾਜ ਯੋਗ ਨੂੰ ਮਾਣ ਰਹੇ ਹੋ। ਛੇਵੇਂ ਸਵਈਏ ਦੇ ਆਰੰਭ ਵਿੱਚ ਭੱਟ ਕਲ ਸਹਾਰ ਜੀ ਉਚਾਰਨ ਕਰਦੇ ਹਨ, ਸਦਾ ਅਕਲ ਲਿਵ ਹੈ ਕਰਨ ਸਿਉ ਇੱਛਾ ਚਾਰਹ। ਇਸ ਸਵਈਏ ਦੇ ਅੰਤਰਗਤ ਭੱਟ ਕਲ ਸਹਾਰ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਨਿਰੋਲ ਉਚੇਰੀ ਅਧਿਆਤਮਿਕ ਅਵਸਥਾ ਅਤੇ ਉਹਨਾਂ ਦੇ ਜੀਵਨ ਦੀ ਵੱਡੀ ਰਹਿਮਤ ਕੀ ਹੈ ਉਸ ਦਾ ਜ਼ਿਕਰ ਕਰਦਿਆਂ ਫਰਮਾਉਂਦੇ ਹਨ, ਸਦਾ ਅਕਲ ਲਿਵ ਹੈ। ਲਿਵ ਉਸ ਅਵਸਥਾ ਨੂੰ ਆਖਦੇ ਹਨ ਜਿੱਥੇ ਜਾ ਕੇ ਧਿਆਨ, ਸਿਮਰਨ ਅਤੇ ਇਕਾਗਰਤਾ ਇੱਕੋ ਹੋ ਜਾਣ। ਲਿਵ ਉਸ ਅਵਸਥਾ ਨੂੰ ਆਖਦੇ ਹਨ ਜਿੱਥੇ ਜਾ ਕੇ ਧਿਆਨ, ਇਕਾਗਰਤਾ ਅਤੇ ਸਿਮਰਨ ਅਤੇ ਇਕਾਗਰਤਾ ਤਿੰਨੇ ਜਿਹੜੀਆਂ ਸਾਧਨਾਵਾਂ ਜਿੱਥੇ ਜਾ ਕੇ ਇਕਾਗਰ ਹੋ ਜਾਣ ਉਸ ਨੂੰ ਲਿਵ ਆਖਦੇ ਹਨ। ਅਤੇ ਭੱਟ ਕਲ ਸਹਾਰ ਜੀ ਆਖਦੇ ਹਨ ਸਦਾ ਅਕਲ, ਭਾਵ ਕਿ ਕਲਾ ਤੋਂ ਰਹਿਤ ਹੋ ਕੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਆਪ ਜੀ ਦੀ ਸੁਰਤ ਪਰਮ ਸਰੂਪ ਦੇ ਧਿਆਨ ਵਿੱਚ ਜੁੜੀ ਰਹਿੰਦੀ। ਇਸ ਦਾ ਸਰਲ ਭਾਵ ਇਹ ਹੈ ਕਿ ਗੁਰੂ ਨਾਨਕ ਜੋਤ ਸਰੂਪ ਦੀ ਬਖਸ਼ਿਸ਼ ਨੂੰ ਪਾ ਕੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਹੀ ਇਸ ਜਗਤ ਨੂੰ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਨਿਹਾਰਿਆ ਤਾਂ ਜਾਣਿਆ ਕਿ ਇਹ ਸੰਸਾਰ ਜਿਹੜਾ ਹੈ ਅਗਿਆਨ ਦੇ ਹਨੇਰੇ ਵਿੱਚ ਭਟਕ ਰਿਹਾ ਹੈ। ਅਤੇ ਜੇ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਲਿਵ ਉਚੇਰੀ ਨਾ ਹੋਵੇ ਅਤੇ ਉਹਨਾਂ ਦੇ ਧਿਆਨ ਵਿੱਚ ਆਉਣ ਵਾਲਾ ਸੰਸਾਰ ਉਹਨਾਂ ਨੂੰ ਪ੍ਰਭਾਵਿਤ ਕਰੇਗਾ। ਇਸ ਕਰਕੇ ਭੱਟ ਕਲ ਸਹਾਰ ਜੀ ਆਖਦੇ ਨੇ ਸਦਾ ਅਕਲ ਲਿਵ ਹੈ ਕਿ ਆਪ ਜੀ ਗੁਰੂ ਨਾਨਕ ਸਰੂਪ ਦੀ ਬਖਸ਼ਿਸ਼ ਨੂੰ ਪਾ ਕੇ ਇਹ ਨਹੀਂ ਕਿ ਵਿਥਾਰ ਹੋ ਜਾਵੇ। ਅਕਲ ਦਾ ਭਾਵ ਸਾਰੀ ਕਲਾ ਦੇ ਮਾਲਕ ਹਨ, ਪਰ ਆਪਣੀ ਲਿਵ ਨੂੰ ਐਸਾ ਉਚੇਰਾ ਜੋੜਿਆ ਕਿ ਉਸ ਕਲਾ ਨੂੰ ਪ੍ਰਗਟ ਕਰਨ ਦਾ ਕੋਈ ਕਰਮ ਨਹੀਂ ਕੀਤਾ। ਕਰਤਾਰਪੁਰ ਸਾਹਿਬ ਤੋਂ ਖਡੂਰ ਸਾਹਿਬ ਚਲੇ ਗਏ,
ਮਾਤਾ ਪਿਰਾਈ ਜੀ ਨੂੰ ਦੱਸ ਦਿੱਤਾ ਕਿ ਅਸੀਂ ਕੁਝ ਹੁਣ ਇਕਾਂਤ ਦੇ ਵਿੱਚ ਰਹਿਣਾ ਚਾਹੁੰਦੇ ਹਾਂ। ਤਾਂ ਪਟ ਕਲ ਸਹਾਰ ਜੀ ਆਖਦੇ ਹਨ ਕਿ ਗੁਰੂ ਨਾਨਕ ਸਰੂਪ ਦੀ ਸਰਵ ਕਲਾ ਸਮਰੱਥਾ ਦੇ ਰੂਪ ਬਣ ਕੇ ਫਿਰ ਵੀ ਗੁਰੂ ਅੰਗਦ ਦੇਵ ਸਾਹਿਬ ਜੀ ਆਪ ਜੀ ਆਪਣੇ ਧਿਆਨ ਸਰੂਪ ਦੀ ਉੱਚਤਾ ਦੇ ਵਿੱਚ ਲਿਵ ਰਹਿ ਦਾ ਭਾਵ ਹੈ ਕਿ ਗੁਰੂ ਕੇ ਦੋ ਸਰੂਪ ਹਨ। ਇੱਕ ਸਰੂਪ ਹੈ ਜਿਹੜਾ ਸਤਿਗੁਰੂ ਦਾ ਸਰਗੁਣ ਹੈ, ਜਿਹੜਾ ਦੇਹ ਆਕਾਰ ਵਿੱਚ ਪ੍ਰਗਟ ਹੁੰਦਾ ਹੈ। ਪਰ ਜਦੋਂ ਭੱਟ ਕਲ ਸਹਾਰ ਜੀ ਆਖ ਰਹੇ ਹਨ ਲਿਵ ਰਹਿ, ਤੇ ਉਹਦਾ ਭਾਵ ਹੈ ਕਿ ਸਤਿਗੁਰੂ ਦੇ ਸਰੂਪ ਦਾ ਜੋ ਪ੍ਰਕਾਸ਼ ਸਾਰੀ ਕਾਇਨਾਤ ਦੇ ਜਰਰੇ ਜਰਰੇ ਵਿੱਚ ਸਮਾਇਆ ਹੁੰਦਾ ਹੈ, ਉਸ ਉਚੇਰੀ ਉਚਾਈ 'ਤੇ ਜਾ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਆਪਣੇ ਸਰੂਪ ਦੀ ਸਮਰੱਥਾ ਤੋਂ ਪਾਰ ਜਾ ਕੇ ਬਿਲਕੁਲ ਇਕਾਗਰਤਾ ਦੇ ਵਿੱਚ, ਧਿਆਨ ਦੇ ਵਿੱਚ, ਸਿਮਰਨ ਦੀ ਚਾਹਤ ਦੇ ਵਿੱਚ ਜੁੜੇ ਹੋਏ ਹਨ। ਅੱਗੇ ਆਖਦੇ ਨੇ ਕਰਨ ਸਿਉ ਇੱਛਾ ਚਾਰਹ, ਕਿ ਜਿਹੜੇ ਉਹਨਾਂ ਦੇ ਗਿਆਨ ਇੰਦਰੇ ਕਰਮ ਇੰਦਰੇ ਹਨ ਉਹ ਵੀ ਉਹਨਾਂ ਦੀ ਇੱਛਾ ਅਨੁਸਾਰ ਚੱਲਦੇ ਹਨ। ਕਿਉਂਕਿ ਜਿਹੜੇ ਪੁਰਖ ਨੇ ਜਿਹਦੀ ਲਿਵ ਲੱਗੀ ਹੈ, ਉਸ ਲਿਵ ਦੇ ਵਿੱਚ ਜਦੋਂ ਧਿਆਨ ਵਾਪਰਦਾ ਹੈ ਤੇ ਧਿਆਨ ਗਿਆਨ ਦਾ ਪ੍ਰਕਾਸ਼ ਕਰਦਾ ਹੈ। ਜਿਵੇਂ ਅਸੀਂ ਕਿਸੇ ਵਸਤੂ ਨੂੰ ਨਿਹਾਰੀਏ, ਸਾਨੂੰ ਬੋਧ ਹੋ ਜਾਵੇ ਕਿ ਇਹ ਵਸਤ ਸਾਡੇ ਲਈ ਲਾਭਦਾਇਕ ਹੈ ਕਿ ਹਾਨੀਕਾਰਕ ਹੈ, ਤੇ ਇਹ ਉਦੋਂ ਹੋਏਗਾ ਜਦੋਂ ਬਹੁਤ ਗਹੁਜ ਦੇ ਨਾਲ ਦੇਖਾਂਗੇ। ਇਸੇ ਤਰ੍ਹਾਂ ਭੱਟ ਕਲ ਸਹਾਰ ਜੀ ਆਖਦੇ ਨੇ ਕਿ ਹੇ ਗੁਰੂ ਅੰਗਦ ਦੇਵ ਸਾਹਿਬ ਜੀ, ਆਪ ਜੀ ਇਤਨੇ ਸਮਰੱਥ ਪੁਰਖ ਹੋ ਕਿ ਜਿਹੜਾ ਸਾਰਾ ਸੰਸਾਰ ਮਨ, ਗਿਆਨ ਅਤੇ ਕਰਮ ਇੰਦਰੀਆਂ ਦੀ ਮਗਰ ਭਟਕਦਾ ਰਹਿੰਦਾ ਹੈ, ਆਪ ਜੀ ਨੇ ਐਸੀ ਸਾਧਨਾ ਕੀਤੀ ਕਿ ਕਰਮ ਇੰਦਰੇ ਗਿਆਨ ਇੰਦਰੇ ਆਪਣੇ ਵਸ ਦੇ ਵਿੱਚ ਕਰ ਲਏ ਹਨ। ਜੇ ਕਿਤੇ ਅਸੀਂ ਭਾਈ ਲਹਿਣਾ ਜੀ ਦਾ ਜੀਵਨ ਬੜੇ ਗੌਰ ਨਾਲ ਸੁਣਿਆ ਹੋਵੇ ਤਾਂ ਸਾਨੂੰ ਇੱਕ ਗੱਲ ਬੜੇ ਸਹਿਜੇ ਸਮਝ ਆ ਜਾਣੀ ਚਾਹੀਦੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਮੁਬਾਰਕ ਚਰਨਾਂ ਕੋਲ ਆ ਕੇ ਭਾਈ ਲਹਿਣਾ ਜੀ ਗੁਰਅੰਗਦ ਤਾਂ ਬਣੇ ਕਿ ਉਹਨਾਂ ਨੇ 100% ਸਮਰਪਣ ਕੀਤਾ। ਸਮਰਪਣ ਦਾ ਭਾਵ ਕਿ ਜਿਵੇਂ ਆਪਣਾ ਸਰੀਰਕ ਬਲ ਹੈ, ਬੁੱਧੀ ਦੇ ਤਲ 'ਤੇ ਸੋਝੀ ਹੈ, ਧਾਰਮਿਕ ਜੀਵਨ ਜਿਉਣ ਦਾ ਇੱਕ ਉਹਨਾਂ ਦਾ ਆਪਣਾ ਇੱਕ ਪੂਰਬਲਾ ਅਨੁਭਵ ਹੈ, ਪਰ ਇਸ ਸਾਰੇ ਕੁਝ ਨੂੰ ਤਿਆਗ ਕੇ ਜਿਵੇਂ ਸਤਿਗੁਰੂ ਗੁਰੂ ਸਰੂਪ ਦੀ ਆਗਿਆ ਹੈ, ਜਿਵੇਂ ਕਰਨ ਸਿਉ ਇੱਛਾ ਚਾਰਹ, ਕਿ ਆਪਣੀ ਬੁੱਧੀ ਦੇ ਬਲ ਨੂੰ ਵੀ ਉਹ ਛੇਤੀ ਕੀਤਿਆਂ ਨਹੀਂ ਚੱਲਣ ਦਿੰਦੇ। ਗੁਰੂ ਨਾਨਕ ਦੀ ਆਗਿਆ ਤੋਂ ਬਾਹਰ ਕਿਵੇਂ ਇੱਕ ਰਾਤ ਜੋ ਗੁਰੂ ਨਾਨਕ ਦੇਵ ਸਾਹਿਬ ਜੀ ਧਰਮਸਾਲ ਵਿਖੇ ਆਰਾਮ ਕਰ ਰਹੇ ਸਨ, ਜਦ ਕੁਝ ਰਾਤ ਦਾ ਸਮਾਂ ਬਤੀਤ ਹੋ ਗਿਆ ਤਾਂ ਗੁਰੂ ਸਾਹਿਬ ਜੀ ਦੇ ਨੇੜੇ ਬਾਬਾ ਬੁੱਢਾ ਜੀ, ਭਾਈ ਮਰਦਾਨਾ ਜੀ ਪ੍ਰਮੁੱਖ ਗੁਰਸਿੱਖ ਸਨ। ਜਾਣਨ ਹਿਤ ਪੁੱਛਿਆ ਕਿ ਆਕਾਸ਼ ਵੱਲ ਦੇਖ ਕੇ ਕਹੋ ਕਿ ਰਾਤ ਦਾ ਕਿਤਨਾ ਕੁ ਸਮਾਂ ਬਤੀਤ ਹੋ ਗਿਆ, ਕਿਤਨੇ ਪਹਿਰ ਰਾਤ ਚਲੀ ਗਈ ਹੈ, ਜਾਂ ਰਾਤ ਦਾ ਕਿਤਨਾ ਕੁ ਸਮਾਂ ਗੁਜ਼ਰ ਗਿਆ ਹੈ। ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਦੇਖਿਆ ਕਿ ਅਜੇ ਸਤਿਗੁਰੂ ਜਿਹੜੇ ਹਨ ਤਾਰੇ ਚੰਗੀ ਤਰ੍ਹਾਂ ਚਮਕ ਰਹੇ ਹਨ, ਹਨੇਰਾ ਵੀ ਸੰਘਣਾ, ਯਕੀਨਨ ਅਜੇ ਜਿਹੜਾ ਦਿਨ ਦਾ ਪਹਿਰ ਜਿਹੜਾ ਹੈ ਅੰਮ੍ਰਿਤ ਵੇਲੇ ਦਾ ਪਹਿਰ ਨਹੀਂ ਆਰੰਭ ਹੋਇਆ। ਜ਼ਿਕਰ ਕਰ ਰਿਹਾ ਹਾਂ ਕਰਨ ਸਿਉ ਇੱਛਾ ਚਾਰਹ। ਬੰਦਾ ਕਈ ਵਾਰੀ ਆਪਣੇ ਸਰੀਰ ਦਾ ਬਲ ਰੋਕ ਲੈਂਦਾ ਹੈ, ਪਰ ਆਪਣੀ ਬੁੱਧੀ ਦਾ ਬਲ ਨਹੀਂ ਰੋਕਿਆ ਜਾਂਦਾ। ਪਰ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਚਰਨਾਂ ਵਿੱਚ ਸਮਰਪਣ ਇਉਂ ਕੀਤਾ ਕਿ ਆਪਣੇ ਸਾਰੇ ਕਰਮ ਇੰਦਰੇ ਗਿਆਨ ਇੰਦਰੀਆਂ ਦਾ ਬਲ ਗੁਰੂ ਆਗਿਆ ਅਨੁਸਾਰ ਹੀ ਕਰ ਲਿਆ, ਆਪਣਾ ਆਪ ਨਹੀਂ ਜਣਾਇਆ ਉਹਦੇ ਵਿੱਚ। ਫਿਰ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਨੇ, ਗੁਰੂ ਨਾਨਕ ਸਾਹਿਬ ਕਹਿਣ ਲੱਗੇ ਨੇ ਸਮਾਂ ਤਾਂ ਵਧੇਕ ਹੋ ਗਿਆ ਹੋਵੇਗਾ, ਅਤੇ ਉਹ ਕਹਿਣ ਲੱਗੇ ਜੀ ਤੁਸੀਂ ਦੇਖ ਕੇ ਆਓ ਧਰਮਸਾਲ ਤੋਂ ਬਾਹਰ ਹੋ ਕੇ। ਭਾਈ ਮਰਦਾਨਾ ਜੀ ਦੇਖ ਕੇ ਆਏ, ਕਹਿਣ ਲੱਗੇ ਸਤਿਗੁਰੂ ਜੋ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਠੀਕ ਉਵੇਂ ਹੀ ਹੈ, ਉਵੇਂ ਹੀ ਹੈ। ਰਾਤ ਦਾ ਜਿਹੜਾ ਸਮਾਂ ਉਹ ਕੋਈ ਬਹੁਤਾ ਬਤੀਤ ਨਹੀਂ ਹੋਇਆ, ਅਜੇ ਚਾਰੇ ਬਿਲਕੁਲ ਚਮਕ ਰਹੇ ਨੇ। ਯਕੀਨਨ ਹੈ ਕਿ ਰਾਤਰੀ ਅਜੇ ਅੱਧੇ ਆਪਣੇ ਪੜਾਅ ਤੋਂ ਅੱਗੇ ਨਹੀਂ, ਭਾਵ ਕਿ 12 ਵਜੇ ਤੋਂ ਵਧੇਕ ਸਮਾਂ ਨਹੀਂ ਹੋਇਆ। ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਨਹੀਂ ਕੁਝ ਹੋਰ ਹੋਵੇਗਾ। ਫਿਰ ਭਾਈ ਲਹਿਣਾ ਜੀ ਨੂੰ ਭੇਜਦੇ ਨੇ। ਭਾਈ ਲਹਿਣਾ ਜੀ ਵਾਪਸ ਆ ਕੇ ਕਹਿੰਦੇ ਕਿਤਨਾ ਕੁ ਸਮਾਂ ਬਤੀਤ ਹੋਇਆ। ਤਾਂ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਜ਼ਿਕਰ ਕਰਦੇ ਹਨ ਕਿ ਸਤਿਗੁਰੂ ਦਿਨ ਰਾਤ ਦਾ ਖੇਲ ਤੇਰੇ ਹੁਕਮ ਵਿੱਚ ਹੈ, ਜੇ ਹੋਵੇ ਤਾਂ ਰਾਤਰੀ ਦੀ ਔਤ ਵੱਡੀ ਹੋ ਜਾਵੇ, ਜੇ ਤੇਰੀ ਕਿਰਪਾ ਹੋਵੇ ਤਾਂ ਦਿਨ ਦਾ ਉਜਾਲਾ ਬੜੀ ਜਲਦੀ ਹੋ ਜਾਵੇ। ਉਹਦਾ ਗਿਆਨ ਦਾ ਨੁਕਤਾ ਇਹ ਸੀ ਕਿ ਇਹ ਤਾਂ ਦਿਨ ਰਾਤ ਦਾ ਇੱਕ ਪ੍ਰਕਿਰਤਕ ਵਰਤਾਰਾ ਕਿ 12 ਘੰਟੇ ਦਾ ਦਿਨ ਬਣੇਗਾ, 12 ਘੰਟੇ ਦੀ ਰਾਤ ਬਣੇਗੀ। ਪਰ ਜੇ ਤੇਰੇ ਹੁਕਮ ਵਿੱਚ ਸਾਰੀ ਸ੍ਰਿਸ਼ਟੀ ਦਾ ਖੇਲ ਹੈ, ਜੇ ਤੇਰੇ ਸਰੂਪ ਦਾ ਪ੍ਰਕਾਸ਼ ਹੋਵੇ, ਜੇ ਜਾਵੇ ਤਾਂ ਗਿਆਨ ਰੂਪ ਦਿਨ ਜਲਦੀ ਚੜ੍ਹ ਜਾਂਦਾ ਹੈ।
ਤੇ ਜੇ ਤੇਰੇ ਹੁਕਮ ਦੇ ਵਿੱਚ ਤੁਹਾਨੂੰ ਨਾ ਪਾਵੇ ਤੇ ਅਗਿਆਨ ਰੂਪ ਹਨੇਰਾ ਜਿਹੜਾ ਹੈ ਇਉਂ ਪਸਰਿਆ ਰਹਿੰਦਾ। ਇਸ ਕਰਕੇ ਭਾਈ ਲਹਿਣਾ ਜੀ ਕਹਿਣ ਲੱਗੇ, ਮਾਲਕ ਦਿਨ ਰਾਤ ਦਾ ਖੇਲ ਤੁਸੀਂ ਰਚਿਆ ਹੈ, ਸਾਡੀ ਸੀਮਤ ਬੁੱਧੀ ਇਸ ਅਸਗਾਹ ਖੇਲ ਨੂੰ ਨਹੀਂ ਬੁੱਝ ਸਕਦੀ। ਇਸ ਕਰਕੇ ਜਿੰਨਾ ਤੁਹਾਡੀ ਸੁਰਤ ਦੇ ਵਿੱਚ ਰਾਤ ਬੀਤ ਗਈ, ਠੀਕ ਓਨੀ ਹੀ ਬੀਤੀ ਹੈ, ਜਿੰਨੀ ਤੁਹਾਡੀ ਸੁਰਤ ਦੇ ਵਿੱਚ ਰਾਤ ਨਹੀਂ ਬੀਤੀ ਓਨੀ ਨਹੀਂ ਬੀਤੀ ਹੈ। ਇਹਦਾ ਭਾਵ ਇਹ ਹੈ ਕਿ ਕਰਨ ਸਿਉ ਇੱਛਾ ਚਾਰ ਆਪਣੇ ਸਾਰਿਆਂ ਨੂੰ। ਇਸ ਕਰਕੇ ਇੱਕ ਦਫਾ ਗੁਰੂ ਸਾਹਿਬ ਜੀ ਖੇਤੀ ਕਰਵਾਉਂਦੇ ਸਨ ਕਰਤਾਰਪੁਰ ਸਾਹਿਬ, ਤਾਂ ਜਦੋਂ ਸਾਰੇ ਦੇਖਿਆ ਕਿ ਬੜੇ ਨੌਕਰ ਚਾਕਰ ਹਾਜ਼ਰ ਹਨ ਅਤੇ ਭਾਈ ਲਹਿਣਾ ਜੀ ਪ੍ਰੇਮ ਕਰਕੇ ਧਰਮਸਾਲ ਵਿਖੇ ਸੇਵਾ ਕਰਦੇ ਸਨ, ਮਨ 'ਚ ਪ੍ਰੇਮ ਆਇਆ ਕਿ ਗੁਰੂ ਨਾਨਕ ਸਾਹਿਬ ਜੀ ਦਰਸ਼ਨ ਕਰਾਂ, ਖੇਤਾਂ ਵੱਲ ਚਲੇ ਗਏ। ਬੜੇ ਨੌਕਰ ਚਾਕਰ ਲੱਗੇ, ਗੁਰੂ ਸਾਹਿਬ ਜੀ ਨੇ ਇੱਕਦਮ ਸਾਰੇ ਕਢਵਾ ਦਿੱਤੇ ਖੇਤਾਂ 'ਚੋਂ ਅਤੇ ਕਹਿਣ ਲੱਗੇ ਕਿ ਆਹ ਨਦੀਨਾਂ ਦੀ ਜਿਹੜੀ ਪੰਡ ਹੈ ਇਹ ਚੁੱਕ ਕੇ ਲੈ ਜਾਓ। ਬੜੇ ਸੁੰਦਰ ਕੱਪੜੇ ਪਾ ਕੇ ਆਏ ਹੋਏ ਸਨ। ਜਦੋਂ ਨਦੀਨਾਂ ਦੀ ਭਰੀ ਹੋਈ ਪੰਡ ਲੈ ਕੇ ਆਏ, ਚਿੱਕੜ ਦੇ ਨਾਲ ਸਾਰੇ ਬਸਤਰ ਮੈਲੇ ਹੋ ਗਏ ਅਤੇ ਆ ਕੇ ਜਦੋਂ ਨਦੀਨਾਂ ਦੀ ਪੰਡ ਉੱਥੇ ਕਿਤੇ ਘਰ ਦੇ ਵਿੱਚ ਸੁੱਟੀ ਜਾਂ ਉਤਾਰੀ, ਅਤੇ ਉਸ ਸਮੇਂ ਸਤਿਗੁਰੂ ਦੇ ਮਹਿਲ ਨੇ ਕਿਹਾ ਕਿ ਤੁਹਾਨੂੰ ਥੋੜ੍ਹਾ ਜਿਹਾ ਆਪਣੇ ਸੇਵਕ ਦੀ ਭਾਵਨਾ ਦਾ ਖਿਆਲ ਰੱਖਣਾ ਚਾਹੀਦਾ। ਉਹ ਕਿੰਨੀ ਭਾਵਨਾ ਦੇ ਨਾਲ ਸੁੰਦਰ ਤਰੀਕੇ ਨਾਲ ਤਿਆਰ ਹੋ ਕੇ ਤੁਹਾਨੂੰ ਖੇਤਾਂ ਵਿੱਚ ਤੁਹਾਡੇ ਦਰਸ਼ਨ ਕਰਨ ਗਿਆ, ਪਰ ਤੁਸੀਂ ਉਹਦੇ ਦਰਸ਼ਨਾਂ ਦੀ ਕੋਈ ਮੁੱਲ ਨਹੀਂ ਜਾਣਿਆ। ਆ ਸਾਰੇ ਬਸਤ ਚਿੱਕੜ ਦੇ ਨਾਲ ਮੈਲੇ ਹੋ ਗਏ ਹਨ। ਤਦ ਗੁਰੂ ਨਾਨਕ ਸਰੂਪ ਨੇ ਵਾਕ ਆਖੇ ਸਨ ਕਿ ਜਿਹੜਾ ਪ੍ਰੇਮ ਚਿੱਕੜ ਨੂੰ ਵੀ ਪ੍ਰਵਾਨ ਕਰੇ ਉਹੀ ਸੰਪੂਰਨ ਪ੍ਰੇਮ ਹੈ। ਜੇ ਇਹਨਾਂ ਦਾ, ਕਿਉਂਕਿ ਇਹਨਾਂ ਨੇ ਸਾਰੀ ਲੋਕਾਈ ਨੂੰ ਨਵਾਜਣਾ ਹੈ, ਜੇ ਕਿਸੇ ਬੰਦੇ ਦੇ ਜੀਵਨ 'ਚ ਔਗਣਾ ਵਾਲਾ ਚਿੱਕੜ ਨਜ਼ਰ ਆ ਗਿਆ ਅਤੇ ਉਹਦੇ ਤੋਂ ਇਹਨਾਂ ਦੀ ਘ੍ਰਿਣਾ ਬਣ ਗਈ, ਅਤੇ ਇਹ ਫਿਰ ਸਾਰੀ ਕਾਇਨਾਤ ਦਾ ਭਲਾ ਕਿਵੇਂ ਕਰਨਗੇ। ਇਸ ਕਰਕੇ ਇਹਨਾਂ ਨੇ ਜੇ ਮੇਰੇ ਸਰੂਪ ਨਾਲ ਪ੍ਰੇਮ ਕਰਨਾ ਹੈ ਅਤੇ ਮੈਂ ਕੌਡੇ ਨੂੰ ਵੀ ਪਿਆਰ ਕੀਤਾ ਹੈ, ਸੱਜਣ ਠੱਗ ਨੂੰ ਵੀ ਪਿਆਰ ਕੀਤਾ ਹੈ। ਇਸ ਕਰਕੇ ਭੱਟ ਕੱਲ ਸਹਾਰ ਜੀ ਆਖਦੇ, ਕਰਨ ਸਿਉ ਇੱਛਾ ਚਾਰਹ, ਕਿ ਉਹਨਾਂ ਦੇ ਗਿਆਨ ਇੰਦਰੇ ਭਾਈ ਲਹਿਣਾ ਜੀ ਦੇ ਕਰਮ ਇੰਦਰੇ ਉਹਨਾਂ ਦੀ ਮਰਜ਼ੀ ਅਨੁਸਾਰ ਚੱਲਦੇ ਹਨ। ਇਸ ਕਰਕੇ ਔਰ ਇੱਛਾ ਕਿਹੜੀ ਹੈ, ਜਿਹੜੀ ਸਿਮਰਨ ਦੇ ਵਿੱਚੋਂ ਪੈਦਾ ਹੋ ਰਹੀ ਹੈ। ਅਤੇ ਜ਼ਿਕਰ ਕਰਦੇ ਹਨ, ਦ੍ਰੋਮ ਸਪੂਰ ਜਿਉ ਨਿਵੈ ਖਵੈ ਕਸ ਬਿਮਲ ਵਿਚਾਰਹ। ਅਤੇ ਦ੍ਰੋਮ ਦਾ ਅਰਥ ਹੁੰਦਾ ਅੱਖਰ, ਸਪੂਰ ਦਾ ਭਾਵ ਕਿ ਜਿਹੜਾ ਫੁੱਲਾਂ ਫੁੱਲਾਂ ਨਾਲ ਭਰਿਆ ਹੋਵੇ। ਪਟ ਕਲ ਸਹਾਰ ਜੀ ਆਖਦੇ ਨੇ ਕਿ ਗੁਰੂ ਨਾਨਕ ਬਖਸ਼ਿਸ਼ ਨੂੰ ਮਾਣ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਐਡੀ ਵੱਡੀ ਅਵਸਥਾ ਹੈ ਕਿ ਜਿਵੇਂ ਫੁੱਲਾਂ ਫਲਾਂ ਨਾਲ ਭਰਿਆ ਹੋਇਆ ਜਿਹੜਾ ਰੁੱਖ ਹੈ ਉਹ ਨਿਉ ਜਾਂਦਾ ਹੈ। ਨਿਉਣ ਤੋਂ ਬਾਅਦ ਜਿਹੜਾ ਉਹਦੇ ਫਲਾਂ ਨੂੰ ਲੋਕ ਤੋੜਦੇ ਹਨ, ਉਹਦੀ ਵੀ ਚੋਟ ਸਹਾਰਦਾ ਹੈ। ਬਿਮਲ ਵਿਚਾਰਹ, ਕਿਵੇਂ ਇਹਦੇ ਇਵੇਂ ਹੀ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਹਨ। ਜਿੰਨੀ ਗੁਰੂ ਨਾਨਕ ਸਰੂਪ ਦੇ ਵਿੱਚ ਅਥਾਹ ਦਇਆ, ਕਰੁਣਾ, ਗਿਆਨ ਅਤੇ ਸ੍ਰਿਸ਼ਟੀ ਦੀ ਨਵਾਜ਼ਿਸ਼ ਸੀ, ਓਨੀ ਹੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਹਿਰਦੇ 'ਚ ਹੈ। ਅਤੇ ਕਹਿੰਦੇ ਝੁਕ ਝੁਕ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਉਹ ਸਾਰੀ ਬਖਸ਼ਿਸ਼, ਸਾਰਾ ਗਿਆਨ ਆਪਣੀ ਨਿਰਮਲ ਬੁੱਧੀ ਦੁਆਰਾ ਸੰਸਾਰ ਵਿੱਚ ਲੁਟਾ ਰਹੇ ਸਨ। ਖੈਰੇ ਗੋਤ ਦੇ ਜੱਟਾਂ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਖਡੂਰ ਸਾਹਿਬ ਵਿੱਚੋਂ ਕੱਢਿਆ, ਕਿਹਾ ਕਿ ਤੁਹਾਡੇ ਕਰਕੇ ਨਗਰ ਸਾਡਾ ਠੀਕ ਨਹੀਂ ਵਸਦਾ। ਪਰ ਜਦੋਂ ਗੁਰੂ ਕੀ ਕਿਰਪਾ ਪ੍ਰਗਟ ਹੋਈ ਅਤੇ ਫਿਰ ਗੁਰੂ ਸਾਹਿਬ ਜੀ ਕੋਲੋਂ ਉਹਨਾਂ ਖਿਮਾ ਮੰਗੀ, ਅਤੇ ਫਿਰ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਕਿਹਾ, ਖਿਮਾ ਤੁਹਾਨੂੰ ਇਸ ਤਰ੍ਹਾਂ ਨਹੀਂ, ਬਾਣੀ ਦੇ ਆਧਾਰ ਨਾਲ ਦੇਵਾਂਗੇ। ਅਤੇ ਬਾਣੀ ਦੇ ਆਧਾਰ ਨਾਲ ਉਹਨਾਂ ਦੀ ਮੱਤ ਉੱਜਲ ਕਰ ਦਿੱਤੀ। ਇਸ ਕਰਕੇ ਪਟ ਕੱਲ ਸਹਾਰ ਜੀ ਆਖਦੇ ਨੇ ਕਿ ਹੇ ਗੁਰੂ ਅੰਗਦ ਦੇਵ ਸਾਹਿਬ ਜੀ, ਜਿਵੇਂ ਜਿਹੜਾ ਜਦੋਂ ਰੁੱਖ ਪਹਿਲਾਂ ਫੁੱਲਾਂ ਫਲਾਂ ਨਾਲ ਭਰਪੂਰ ਹੋ ਜਾਂਦਾ ਹੈ, ਉਹਦੇ ਫਲ ਦੁਨੀਆ ਦੀ ਪਹੁੰਚ ਤੋਂ ਦੂਰ ਨਾ ਰਹਿ ਜਾਣ, ਉਹ ਫਿਰ ਨਿਭ ਜਾਂਦਾ ਹੈ। ਇੰਝ ਗੁਰੂ ਅੰਗਦ ਦੇਵ ਸਾਹਿਬ ਜੀ ਗੁਰੂ ਨਾਨਕ ਸਰੂਪ ਹੋ ਕੇ ਵੀ ਇੰਨੀ ਨਿਮਰਤਾ ਦੇ ਵਿੱਚ ਹਨ ਕਿ ਕੋਈ ਉਹਨਾਂ ਦੇ ਵਿੱਚ ਫਰਕ ਭੇਦ ਨਹੀਂ ਕਰ ਸਕਦਾ। ਇਹ ਤਤ ਜਾਣਿਓ ਸਰਬ ਗਤ ਅਲਖ ਬਿਡਾਣੀ। ਤਾਂ ਕਹਿੰਦੇ ਭਾਈ ਲਹਿਣਾ ਜੀ ਨੇ ਇਹੀ ਗਤ ਆਪਣੇ ਜੀਵਨ ਦੀ ਜਾਣੀ ਕਿ ਸਾਰੇ ਸੰਸਾਰ ਦੀ ਗਤ ਕਰਨ ਵਾਲਾ ਅਕਾਲ ਪੁਰਖ ਸਤਿਗੁਰੂ ਗੁਰੂ ਨਾਨਕ ਸਰੂਪ ਉਹ ਅਲੱਖ ਸਰੂਪ ਹੈ। ਉਹਦੇ ਅਚਰਜ ਕੌਤਕ ਹਨ। ਸਹਿਜ ਭਾਏ ਸੰਚਿਓ ਕਿਰਨ ਅੰਮ੍ਰਿਤ ਕਲ ਬਾਣੀ। ਅਤੇ ਕਹਿੰਦੇ ਗੁਰੂ ਨਾਨਕ ਸਰੂਪ ਦੀ ਜਿਹੜੀ ਕਿਰਪਾ, ਇਸ ਕਰਕੇ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਸਾਰੀ ਸ੍ਰਿਸ਼ਟੀ ਦੇ ਅੰਦਰ ਸਹਿਜ ਦਾ ਸੰਚਾਰ ਕੀਤਾ। ਸਹਿਜ ਦਾ, ਭਾਏ ਦਾ ਭਾਵ ਭਾਵਨਾ ਦਾ। ਜਦੋਂ ਸਿੱਧ ਗੁਰੂ ਅੰਗਦ ਦੇਵ ਸਾਹਿਬ ਜੀ ਕੋਲ ਆਏ, ਕਹਿਣ ਲੱਗੇ ਜੀ ਨਾ ਤੁਹਾਨੂੰ ਯੋਗ ਆਉਂਦਾ ਹੈ, ਨਾ ਤੁਹਾਨੂੰ ਧਿਆਨ ਕਰਨਾ ਆਉਂਦਾ, ਨਾ ਸਮਾਧੀ ਆਉਂਦੀ ਹੈ, ਤੁਸੀਂ ਆਪਣੇ ਸਿੱਖਾਂ ਦੀ ਕਲਿਆਣ ਕਿਵੇਂ ਕਰੋਗੇ। ਤਾਂ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਉਹ ਇੱਕ ਸ਼ਲੋਕ ਦੁਆਰਾ ਬਖਸ਼ਿਸ਼ ਕੀਤੀ
ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਓ ਤਿਨ ਕੋ ਕਿਆ ਉਪਦੇਸੀ ਹੈ ਜਿਨ ਗੁਰੂ ਨਾਨਕ ਦਿਓ। ਕਿ ਸਾਡੀ ਜਿਹੜੀ ਜ਼ੁਬਾਨ ਹੈ ਉਹਨੂੰ ਸ਼ਬਦ ਨਾਲ ਜੋੜ ਦਿੱਤਾ ਹੈ, ਹਿਰਦਾ ਅਕਾਲ ਪੁਰਖ ਦੀ ਸਿਫਤ ਨਾਲ ਜੋੜ ਦਿੱਤਾ ਹੈ। ਇਸ ਕਰਕੇ ਔਰ ਗੁਰੂ ਨਾਨਕ ਦੇ ਮੁਬਾਰਕ ਚਰਨ ਪਰਸੇ ਹਨ। ਜਦੋਂ ਸਾਨੂੰ ਇਹ ਤਿੰਨ ਜਿਹੜੇ ਵੱਡੇ ਮੁਕਾਮ ਪ੍ਰਾਪਤ ਹੋ ਗਏ ਹਨ, ਹੋਰ ਕਿਸੇ ਮੁਕਤੀ ਦੀ ਜਾਂ ਸਾਧਨਾ ਦੀ ਤਲਾਸ਼ ਨਹੀਂ। ਇਸ ਕਰਕੇ ਗੁਰੂ ਭੱਟ ਕਲ ਸਹਾਰ ਜੀ ਆਖਦੇ ਸਹਿਜ ਕਿ ਜਿਵੇਂ ਗੁਰੂ ਨਾਨਕ ਨੇ ਗ੍ਰਸਤ ਦੇ ਵਿੱਚ ਮਾਲਕ ਦਾ ਮੁਕਾਮ ਲੱਭਣ ਦਾ ਭੇਦ ਜਗਤ ਨੂੰ ਦਿਖਾਇਆ, ਉਸੇ ਜੁਗਤ ਦਾ ਪ੍ਰਕਾਸ਼ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਪਾਏ, ਭਗਤੀ ਦੇ ਸਹਿਤ ਕਰਵਾਇਆ। ਕਿਵੇਂ ਸੰਚਿਓ ਕਿਰਨ ਅੰਮ੍ਰਿਤ ਕਲ ਬਾਣੀ, ਕਿ ਅੰਮ੍ਰਿਤ ਬਾਣੀ ਦੁਆਰਾ ਮਾਨਵਤਾ ਦੇ ਹਿਰਦੇ ਨੂੰ ਅੰਮ੍ਰਿਤ ਰਸ ਦੇ ਨਾਲ ਸਿੰਚਿਆ, ਅਤੇ ਉਸ ਅੰਮ੍ਰਿਤ ਰਸ ਦੀ ਇੱਕ ਬੂੰਦ ਅਸੀਂ ਆਸਾ ਦੀ ਵਾਰ 'ਚੋਂ ਰੋਜ਼ਾਨਾ ਤ੍ਰਿਪਤ ਕਰਕੇ ਮਾਣਦੇ ਹਾਂ। ਜੇ ਸੌ ਚੰਦਾ ਉਗਵੇ ਸੂਰਜ ਚੜੇ ਹਜ਼ਾਰ। ਇਹ ਗਿਆਨ ਰੂਪ ਅੰਮ੍ਰਿਤ ਦੀ ਬਾਣੀ ਜਿਹੜੀ ਜਗਿਆਸੂਆਂ ਦੇ ਹਿਰਦੇ ਅੰਦਰ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਸੰਚਾਰਿਤ ਕੀਤੀ। ਕਹਿੰਦੇ ਗੁਰ ਗਮ ਪ੍ਰਮਾਣ ਤੈ ਪਾਇਓ ਸਤ ਸੰਤੋਖ ਗ੍ਰਾਹਜ ਲਿਓ। ਕਿ ਭਾਵ ਕਿ ਜਿੰਨੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਅਧਿਆਤਮਿਕ ਉੱਚਤਾ ਹੈ, ਓਡਾ ਵੱਡਾ ਹੀ ਪ੍ਰਮਾਣ ਗੁਰੂ ਅੰਗਦ ਦੇਵ ਸਾਹਿਬ ਜੀ ਆਪ ਜੀ ਨੇ ਪਾਲਿਆ ਹੈ, ਅਤੇ ਆਪ ਜੀ ਨੇ ਉਹਨਾਂ ਦੇ ਕੋਲੋਂ ਸਤ ਸੰਤੋਖ ਦਾ ਭੋਜਨ ਕੀਤਾ ਹੈ। ਗੁਰੂ ਨਾਨਕ ਗ੍ਰਾਹਜ ਦਾ ਅਰਥ ਹੁੰਦਾ ਭੋਜਨ। ਤਾਂ ਭੱਟ ਕਲ ਸਹਾਰ ਜੀ ਆਖਦੇ ਨੇ ਕਿ ਗੁਰੂ ਨਾਨਕ ਸਰੂਪ ਕੋਲੋਂ ਸਤ ਸੰਤੋਖ ਦਾ ਭੋਜਨ ਕਰਕੇ ਆਪ ਜੀ ਨੇ ਗੁਰੂ ਸਾਹਿਬ ਜੀ ਦੇ ਸਮਾਨ ਹੀ ਅਧਿਆਤਮਿਕ ਉੱਚਤਾ ਪ੍ਰਾਪਤ ਕਰ ਲਈ ਹੈ। ਹਰ ਪਰਸਿਓ ਕਲ ਸਮੁੱਲ ਵੈ ਜਨ ਦਰਸ਼ਨ ਲਹਿਣੇ ਪਇਓ। ਤਾਂ ਭੱਟ ਕਲ ਸਹਾਰ ਜੀ ਆਖਦੇ ਹਨ ਕਿ ਜਿਨ੍ਹਾਂ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਦਰਸ਼ਨ ਕਰ ਲਏ ਹਨ, ਸਮਝ ਲਓ ਵਾਹਿਗੁਰੂ ਦੇ ਜ਼ਾਹਰਾ ਜ਼ਹੂਰ ਦਰਸ਼ਨ ਦੇ ਨਾਲ, ਓਜ ਦੇ ਨਾਲ ਭਰਪੂਰ ਨਿਹਾਲ ਹੋ ਗਏ ਹਨ। ਮਨ ਵਿਸਾਸ ਪਾਇਓ ਗਹਿਰ ਗਹੋ ਹਦਰਥ ਦਿਓ। ਹੁਣ ਅਗਲੇ ਸਵਈਏ ਦੇ ਅੰਦਰ ਭੱਟ ਕਲ ਸਹਾਰ ਜੀ ਬਖਸ਼ਿਸ਼ ਕਰਦੇ ਹਨ ਕਿ ਜਦੋਂ ਆਪ ਗੁਰੂ ਨਾਨਕ ਸ਼ਰਨ ਆਏ, ਉਸ ਸਮੇਂ ਐਸਾ ਇੱਕ ਅਟਲ ਵਿਸ਼ਵਾਸ ਜੋੜਿਆ ਜਿਹੜਾ ਮੁੜ ਕੇ ਕਦੇ ਡੋਲਿਆ ਨਹੀਂ। ਅਤੇ ਉਸ ਵਿਸ਼ਵਾਸ ਦੇ ਸਿਖਰ ਦੇ ਲਈ ਜਦੋਂ ਗੁਰੂ ਸਾਹਿਬ ਜੀ ਨੇ ਧਾਨਕ ਦਾ ਰੂਪ ਧਾਰਨ ਕਰਕੇ ਬੜਾ ਭਿਆਨਕ ਵੇਸ ਬਣਾ ਲਿਆ, ਹੋਰ ਸਾਰਿਆਂ ਨੂੰ ਸਤਿਗੁਰੂ ਸਰੂਪ ਦੇ ਉੱਪਰ ਜਿਹੜਾ ਸੀ ਸ਼ੰਕਾਗ੍ਰਸਤ ਹੋ ਗਏ, ਸਾਰੇ ਸ਼ੰਕਾਗ੍ਰਸਤ ਹੋ ਗਏ। ਕੇਵਲ ਭਾਈ ਲਹਿਣਾ ਜੀ ਸੀ, ਉਹਨਾਂ ਨੇ ਇਸ ਕਰਕੇ ਕਿਉਂਕਿ ਉਹਨਾਂ ਨੇ ਗੁਰੂ ਜੁਗਤ ਨੂੰ ਗਿਆਨ ਵਿੱਚੋਂ ਜਾਣਿਆ ਸੀ। ਬਾਕੀ ਤਾਂ ਅਸੀਂ ਸਾਰੇ ਕਹਿਣੀ ਮਾਤਰ ਆਖਦੇ ਹਾਂ, ਉਹਨਾਂ ਦਾ ਸਮਰਪਣ ਇੱਥੋਂ ਤੱਕ ਸੀ, ਸਤਿਗੁਰ ਮੇਰਾ ਮਾਰ ਜੀ ਵੱਲ ਹੈ। ਕਿ ਜੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਅੱਜ ਹੱਥ ਦੇ ਵਿੱਚ ਛੁਰਾ ਪਕੜ ਲਿਆ ਹੈ, ਆਪਣਾ ਬੜਾ ਭਿਆਨਕ ਜਿਹਾ ਦ੍ਰਿਸ਼ ਬਣਾ ਲਿਆ ਹੈ, ਬੜੇ ਸ਼ੰਕਾਗ੍ਰਸਤ ਹੋ ਗਏ, ਪਰ ਭਾਈ ਲਹਿਣਾ ਜੀ ਮਗਰ ਤੁਰਦੇ ਗਏ। ਤਾਂ ਭੱਟ ਕਲ ਸਹਾਰ ਜੀ ਆਖਦੇ ਮਨ ਵਿਸਾਸ ਪਾਇਓ। ਵਿਸ਼ਵਾਸ ਦੇ ਮੁਕਾਮ ਨੂੰ ਜਿਹੜੀ ਮਨ ਦੀ ਕਲਪਨਾ ਕਈ ਵਾਰੀ ਡੋਲਾ ਦਿੰਦੀ ਹੈ, ਪਰ ਗੁਰੂ ਅੰਗਦ ਦੇਵ ਸਾਹਿਬ ਜੀ ਆਪ ਜੀ ਨੇ ਆਪਣੇ ਮਨ ਨੂੰ ਵਿਸ਼ਵਾਸ ਸਹਿਤ ਐਸਾ ਗਹਿਰਾ ਕੀਤਾ, ਗਾਹੋ ਹੱਦ ਰਥ ਦਿਓ। ਫਿਰ ਉੱਥੋਂ ਤੱਕ ਪੁੱਜ ਗਏ ਜਿੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਖੁਦ ਆਪ ਜੀ ਨੂੰ ਪਕੜ ਕੇ, ਖੁਦ ਆਪ ਜੀ ਨੂੰ ਆਪਣੀ ਛੋਹ ਦੇ ਨਾਲ ਹਦਰਥ ਦਿਓ। ਹਦਰਥ ਦਾ ਭਾਵ ਉਹ ਉੱਚਾ ਮੁਕਾਮ, ਜਿਸ ਉੱਚੇ ਮੁਕਾਮ 'ਤੇ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਗਟ ਹੋ ਕੇ ਸਾਰੇ ਸੰਸਾਰ ਨੇ ਉਹਨਾਂ ਦਾ ਜਸ ਵਡਿਆਈ ਕਹਿੰਦੇ, ਉਸ ਮੁਕਾਮ 'ਤੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪ ਸੁਸ਼ੋਭਿਤ ਕੀਤਾ ਹੈ। ਗਰਲ ਨਾਸ ਤਨ ਨੱਠਿਓ ਅਮਿਓ ਅੰਤਰਗਤ ਪੀਓ। ਗਰਲ ਦਾ ਭਾਵ ਹੁੰਦਾ ਜ਼ਹਿਰ। ਭਾਵ ਕਹਿਣ ਲੱਗੇ ਕਿ ਗੁਰੂ ਨਾਨਕ ਸਰੂਪ ਬਣ ਕੇ ਜਿਹੜੀ ਮਾਇਆ ਦੇ ਵਿਕਾਰਾਂ ਦੀ ਜ਼ਹਿਰ ਅੰਦਰੋਂ ਪੈਦਾ ਹੁੰਦੀ ਹੈ, ਉਹ ਨਾਸ਼ ਹੋ ਗਈ। ਅਮਿਓ ਅੰਤਰਗਤ ਪੀਓ। ਅਤੇ ਅੰਮ੍ਰਿਤ ਰੂਪ ਆਪ ਜੀ ਨੇ ਹਿਰਦੇ ਵਿੱਚੋਂ ਹੀ ਗ੍ਰਹਿਣ ਕੀਤਾ। ਐਸੀ ਗੁਰੂ ਨਾਨਕ ਸਰੂਪ ਦੀ ਬਖਸ਼ਿਸ਼ ਹੋਈ। ਹੁਣ ਇਹਦਾ ਭਾਵ ਕੀ ਹੈ? ਅਮਿਓ ਅੰਤਰਗਤ ਪੀਓ। ਜਦੋਂ ਗੁਰੂ ਨਾਨਕ ਜੋਤ ਧਰਤੀ 'ਤੇ ਵਿਚਰੀ ਹੈ ਤਾਂ ਉਦੋਂ ਦੇਖੋ ਸਮਾਨ ਹਾਲਾਤ ਉਹਨਾਂ ਦੇ ਸਾਹਮਣੇ ਨਹੀਂ ਆਏ। ਹਰ ਸਮੇਂ ਵਿਪਰੀਤ ਹਾਲਾਤ ਨੇ। ਜੇ ਧਰਮ ਦੇ ਨੁਕਤੇ ਤੋਂ ਚੱਲਦੇ ਨੇ ਤਾਂ ਧਰਮ ਦੇ ਨੁਕਤੇ 'ਤੇ ਪਾਖੰਡ ਹੀ ਪਾਖੰਡ ਹੈ। ਜੇ ਸਮਾਜਿਕ ਨੁਕਤੇ ਤੋਂ ਚੱਲਦੇ ਹਨ ਤਾਂ ਹਰ ਪਾਸੇ ਪਾਪ ਹੀ ਪਾਪ ਹੈ। ਜੇ ਅਧਿਆਤਮਿਕ ਨੁਕਤੇ ਤੋਂ ਚੱਲਦੇ ਹਨ ਤਾਂ ਨਿਰੀ ਭਟਕਣ ਹੀ ਭਟਕਣ ਹੈ। ਪਰ ਗੁਰੂ ਸਾਹਿਬ ਜੀ ਆਖਦੇ ਨੇ ਅਮਿਓ ਅੰਤਰਗਤ ਪੀਓ। ਅਮਿਓ ਅੰਤਰਗਤ ਦਾ ਭਾਵ ਕੀ ਹੈ ਕਿ ਜਿੰਨਾ ਵਿਪਰੀਤ ਹਾਲਾਤ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸਨਮੁਖ ਆਉਂਦੇ ਹਨ, ਚਾਹੇ ਕਾਲ ਕਰਕੇ, ਅਗਿਆਨ ਕਰਕੇ, ਕਿਸੇ ਵੀ ਢੰਗ ਦੇ ਨਾਲ,
ਉਹ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਹਿਰਦੇ ਦੀ ਅੰਮ੍ਰਿਤਮਈ ਹਾਲਤ ਨੂੰ ਜਰਾ ਜਿੰਨਾ ਪ੍ਰਭਾਵਿਤ ਨਹੀਂ ਕਰਦੇ ਹਨ। ਰਿੱਧ ਵਿਗਾਸ ਜਾਗਿਓ ਅਲਖ ਕਲ ਧਰੀ ਜੁਗੰਤਰ, ਕਿ ਜਿਹੜੀ ਸਾਰੀ ਕਾਇਨਾਤ ਵਿੱਚ ਅਕਾਲ ਪੁਰਖ ਸਰੂਪ ਦਾ ਪ੍ਰਕਾਸ਼ ਹੈ, ਕਹਿੰਦੇ ਉਹਦਾ ਖੇੜਾ ਜਿਹੜਾ ਹੈ ਉਹ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਹਿਰਦੇ ਅੰਦਰ ਪੈਦਾ ਹੋਇਆ ਹੈ। ਅਲਖ ਕਲ, ਅਤੇ ਉਹਨਾਂ ਦੀ ਕਿਸੇ ਤਰ੍ਹਾਂ ਦੀ ਅਜ਼ਮਤ ਦਾ ਉਹਨੂੰ ਕਿਸੇ ਤਰ੍ਹਾਂ ਦੇ ਵਰਣਨ ਵਿੱਚ ਨਹੀਂ ਲਿਆਇਆ ਜਾ ਸਕਦਾ। ਧਰੀ ਜੁਗੰਤਰ, ਕਹਿੰਦੇ ਗੁਰੂ ਨਾਨਕ ਸਰੂਪ ਦੀ ਕਰੁਣਾ ਨੂੰ ਜਗਤ ਨੇ ਬੜਾ ਲੰਮਾ ਸਮਾਂ ਮੰਨਣਾ ਸੀ, ਫਿਰ ਐਸੀ ਜੁਗਤ ਦੇ ਅੰਤਰ ਵਿੱਚ ਭਾਈ ਲਹਿਣਾ ਜੀ ਪ੍ਰਗਟੇ ਹਨ ਕਿ ਜਿਸ ਗੁਰੂ ਨਾਨਕ ਸਰੂਪ ਦੀ ਸਿਫਤ ਦਾ ਕੋਈ ਪਾਰਾਵਾਰ ਨਹੀਂ ਪਾ ਸਕਿਆ, ਉਸ ਗੁਰੂ ਨਾਨਕ ਸਰੂਪ ਨੂੰ ਪੂਰਾ ਦਾ ਪੂਰਾ ਹਿਰਦੇ ਦੇ ਅੰਦਰ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਸਮਾ ਲਿਆ ਹੈ। ਅੱਗੇ ਜ਼ਿਕਰ ਕਰਦੇ ਹਨ, ਸਤਿਗੁਰ ਸਹਿਜ ਸਮਾਧ ਰਵਿਓ ਸਾਮਾਨ ਨਿਰੰਤਰ, ਕਿ ਇਹ ਨਹੀਂ ਕਿ ਜਦੋਂ ਗੁਰੂ ਜੋਤ ਨੇ ਆਪਣਾ ਜਿਹੜਾ ਰੂਪ ਵਟਾਇਆ ਅਤੇ ਉਹਦੇ ਵਿੱਚ ਕੋਈ ਭਿੰਨਤਾ ਆ ਗਈ। ਪਟ ਕਲ ਸਹਾਰ ਜੀ ਆਖਦੇ ਸਤਿਗੁਰ ਸਹਿਜ ਸਮਾਧ, ਕਿ ਗੁਰੂ ਸਰੂਪ ਦੀ ਬਖਸ਼ਿਸ਼ ਨੂੰ ਪਾ ਕੇ ਸਹਿਜ ਸਮਾਧ ਦੇ ਅਨੁਭਵ ਦੇ ਨਾਲ ਸਦਾ ਹੀ ਗੁਰੂ ਚਰਨਾਂ ਦੀ ਅਭੇਦਤਾ ਦੇ ਨਾਲ ਭਾਈ ਲਹਿਣਾ ਜੀ ਜੁੜੇ ਹਨ। ਉਦਾਰੋ ਚਿੱਤ ਦਾਰਿਦ ਹਰਨ ਪੇਖੰਤ ਹੈ ਕਲਮਲ ਤਰਸਨ। ਉਦਾਰੋ ਚਿੱਤ ਦਾ ਭਾਵ ਕਿ ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਹਿਰਦੇ ਵਿੱਚ ਪਰਉਪਕਾਰ ਦੀ ਉਮਾ ਉੱਠਦੀ ਸੀ ਅਤੇ ਉਹਨਾਂ ਦੇ ਮੁਬਾਰਕ ਕਦਮਾਂ ਨੇ ਸਾਰੀ ਧਰਤੀ ਦੀ ਗਰਦਿਸ਼ ਕਰਕੇ ਹਰੇਕ ਸੰਸਾਰ ਦੇ ਪ੍ਰਾਣੀ ਮਾਤਰ ਦਾ ਕਲਿਆਣ ਕੀਤਾ। ਪਟ ਕਲ ਸਹਾਰ ਜੀ ਆਖਦੇ ਨੇ ਉਵੇਂ ਗੁਰੂ ਅੰਗਦ ਦੇਵ ਸਾਹਿਬ ਜੀ ਆਪ ਜੀ ਦਾ ਚਿੱਤ ਹੈ। ਚਿੱਤ ਦਾ ਵਿਸ਼ੇਸ਼ਤਾ ਕੀ ਹੈ ਕਿ ਉਦਾਰੋ, ਹਰ ਵੇਲੇ ਦੂਜੇ ਦਾ ਮਾਫਕ ਕਲਿਆਣ ਕਰਨਾ, ਇਹ ਤੁਹਾਡੇ ਚਿੱਤ ਦੇ ਅੰਦਰ ਐਸੀ ਅਥਾਹ ਭਾਵਨਾ ਹੈ। ਦਾਰਿਦ ਹਰਨ, ਕਿ ਜਿਵੇਂ ਗੁਰੂ ਨਾਨਕ ਸਰੂਪ ਸਾਰੇ ਜਗਤ ਦਾ ਦੁੱਖ ਹਰ ਕੇ ਉਹਨਾਂ ਨੂੰ ਅੰਮ੍ਰਿਤਮਈ ਜੀਵਨ ਦਾ ਪ੍ਰਕਾਸ਼ ਦੇਣ ਦਾ ਮਹਾਂਕਾਰਜ ਕਰਕੇ ਨਵਾਜ਼ਿਸ਼ ਕਰਦੇ ਰਹੇ, ਉਵੇਂ ਆਪ ਜੀ ਦਾ ਕਿਰਪਾ ਰੂਪ ਹੈ। ਅਤੇ ਦਾਰਿਦ ਹਰਨ, ਅਤੇ ਦਾਰਿਦ ਹਰਨ ਦੇ ਲਈ ਆਪ ਜੀ ਨੇ ਬਾਣੀ ਦਾ ਪ੍ਰਕਾਸ਼ ਕੀਤਾ। ਪਖੰਤ ਹੈ ਕਲਮਲ ਤਰਸਨ, ਅਤੇ ਜਿਹੜਾ ਕੋਈ ਭਾਵਨਾ ਕਰਕੇ ਆਪ ਜੀ ਨੂੰ ਗੁਰੂ ਨਾਨਕ ਸਰੂਪ ਦੇਖਦਾ ਹੈ, ਉਹਦੇ ਅੰਦਰਲੇ ਸਾਰੇ ਕਲਮਲ ਪਾਪ ਨਾਸ਼ ਦਗਧ ਹੋ ਜਾਂਦੇ ਹਨ। ਸਾਧ ਰੰਗ ਸਹਿਜ ਕਲ ਉਚਰੈ ਜਸ ਜੰਪੋ ਲਹਿਣੇ ਰਸਨ। ਤਾਂ ਪਟ ਕਲ ਸਹਾਰ ਜੀ ਆਖਦੇ ਹਨ ਕਿ ਮੈਨੂੰ ਜਿਹੜੇ ਸਹਿਜ ਜੀਵਨ ਦੀ ਪ੍ਰਾਪਤੀ ਹੋਈ ਹੈ ਅਤੇ ਸਿਫਤ ਦਾ ਐਸਾ ਰੰਗ ਚੜ੍ਹਿਆ ਹੈ, ਕਹਿੰਦੇ ਜਸ ਜੰਪੋ ਲਹਿਣੇ ਰਸਨ। ਜਦੋਂ ਮੈਂ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਬੜੀ ਗਹਿਰਾਈ ਦੇ ਨਾਲ ਦੇਖਿਆ ਅਤੇ ਉਹਨਾਂ ਦੇ ਕਿਰਪਾ ਸਰੂਪ ਨੂੰ ਮਾਣਿਆ, ਕਹਿੰਦੇ ਫਿਰ ਮੇਰੇ ਅੰਦਰ ਪਟ ਕਲ ਸਹਾਰ ਜੀ ਕਹਿੰਦੇ ਸਹਿਜ ਆ ਗਿਆ ਹੈ। ਅਤੇ ਇਸ ਸਹਿਜ ਦੇ ਨਾਲ ਹੀ ਮੇਰੇ ਜੀਵਨ ਦੇ ਵਿੱਚ ਭਗਤੀ ਦਾ ਅਤੇ ਸਿਫਤ ਦਾ ਐਸਾ ਸਾਧ ਰੰਗ ਚੜ੍ਹਿਆ ਹੈ, ਜਿਹਦੇ ਵਿੱਚੋਂ ਗੁਰੂ ਅੰਗਦ ਦੇਵ ਸਰੂਪ ਦੀ ਸਿਫਤ ਦਾ ਉਚਾਰਨ ਕਰ ਰਿਹਾ ਹਾਂ। ਹੁਣ ਇੱਕ ਸਮੇਂ ਕਿਸੇ ਵੱਡੀ ਵਿਦਵਤ ਸਭਾ ਦੇ ਵਿੱਚ ਬਹਿਸ ਚੱਲੀ ਕਿ ਜਦੋਂ ਸਿੱਖੀ ਜੀਵਨ ਦੇ ਮਾਡਲ ਦੀ ਤਲਾਸ਼ ਕਰਨੀ ਹੈ ਤਾਂ ਕਿੱਥੋਂ ਕੀਤੀ ਜਾਵੇ, ਕਿ ਜਿਹੜਾ ਕਿਸੇ ਸੰਪੂਰਨ ਸਿੱਖ ਦਾ, ਕਿਉਂਕਿ ਬਾਣੀ ਵਿੱਚ ਵਾਕ ਆਉਂਦਾ ਹੈ ਸਤਿਗੁਰੂ ਸਾਹਿਬ ਜੀ ਦਾ ਕਿ ਗੁਰੂ ਸਿੱਖ ਵਿੱਚ ਅਭੇਦ ਹੋ ਜਾਂਦਾ, ਇਹਦਾ ਸੰਪੂਰਨ ਜਿਹੜਾ ਗਿਆਨ ਹੈ ਸੰਪੂਰਨ ਕਿੱਥੇ ਮੌਜੂਦ ਹੈ। ਤਾਂ ਉਸ ਸਮੇਂ ਜਿਹੜਾ ਵਿਦਵਤ ਸ਼ਖਸ਼ਾ ਵੱਲੋਂ ਉੱਤਰ ਪ੍ਰਸਤੁਤ ਕੀਤਾ ਗਿਆ, ਉਹਦਾ ਭਾਵ ਸੀ ਕਿ ਭਾਈ ਲਹਿਣਾ ਦਾ ਸਮੁੱਚਾ ਜੀਵਨ ਜਿਹੜਾ ਹੈ, ਜਿਹੜਾ ਗੁਰੂ ਸ਼ਰਨ ਵਿੱਚ ਆ ਕੇ ਕਿਵੇਂ ਗਿਆਨ ਦੀ ਟਰਾਂਸਫੋਰਮੇਸ਼ਨ ਵਿੱਚ ਪੈਂਦਾ ਹੈ, ਕਿਵੇਂ ਆਪਣੇ ਆਚਰਣ ਦੀ ਉੱਚਤਾ ਨੂੰ ਗੁਰੂ ਨਾਨਕ ਸਰੂਪ ਤੱਕ ਲੈ ਕੇ ਜਾਂਦਾ, ਇਹ ਸਾਰਾ ਉਹਦੇ ਵਿੱਚ ਪਿਆ ਹੈ। ਤਾਂ ਪਟ ਕਲ ਸਹਾਰ ਜੀ ਆਖਦੇ ਨੇ ਕਿ ਮੈਨੂੰ ਵੀ ਗੁਰੂ ਅੰਗਦ ਦੇਵ ਸਾਹਿਬ ਸਰੂਪ ਦਾ ਜਦੋਂ ਧਿਆਨ ਧਰਿਆ ਤਾਂ ਫਿਰ ਉਸ ਸਾਰੇ ਜੀਵਨ ਦੀ ਸੋਝੀ ਆਈ ਕਿ ਇੱਕ ਤਾਂ ਸੀਸ ਹੁੰਦਾ ਜਦੋਂ ਕੱਟ ਕੇ ਧਰ ਕੇ ਚਰਨਾਂ ਵਿਖੇ ਰੱਖ ਦਈਏ। ਭਾਈ ਲਹਿਣਾ ਜੀ ਨੇ ਜੀਵੰਤ ਜੀਵਨ ਐਸਾ ਜੀਵਿਆ ਹੈ ਕਿ ਜਿਹਦੇ ਵਿੱਚ ਇੱਕ ਪਲ ਵੀ ਗੁਰੂ ਸਮਰਪਿਤਤਾ ਤੋਂ ਬਾਹਰ ਲੱਭਣਾ ਜਿਹੜਾ ਹੈ ਬੜਾ ਕਠਿਨ। ਇਸ ਕਰਕੇ ਕਹਿੰਦੇ ਗੁਰੂ ਅੰਗਦ ਸਰੂਪ ਦੇ ਧਿਆਨ ਨਾਲ ਹੀ ਮੇਰੇ ਜੀਵਨ ਦੇ ਵਿੱਚ ਭਗਤੀ ਅਤੇ ਸਿਫਤ ਦੇ ਰੰਗ ਉਜਲ ਹੋਏ ਹਨ। ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਾਦ ਸੁਖ ਸਦਾ ਨਾਮ ਨੀਸਾਨ ਸੋ ਹੈ। ਤਾਂ ਹੁਣ ਪਿੱਛੇ ਪਟ ਕਲ ਸਹਾਰ ਜੀ ਨੇ ਜ਼ਿਕਰ ਕੀਤਾ ਸੀ ਕਿ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਜਿਹੜਾ ਹੈ ਉਹਨਾਂ ਦੇ ਦਰਸ਼ਨ ਪਰਮੇਸ਼ਰ ਦੇ ਸਮਾਨ ਹਨ ਅਤੇ ਉਹਨਾਂ ਦੇ ਦਰਸ਼ਨਾਂ ਨਾਲ ਪਾਪ ਨਾਸ ਹੋ ਜਾਂਦੇ ਹਨ।
ਹੁਣ ਇੱਕ ਪ੍ਰਸ਼ਨ ਪੈਦਾ ਹੁੰਦਾ ਕਿ ਦਰਸ਼ਨ ਮਾਤਰ ਦੇ ਨਾਲ ਉਹ ਕਿਵੇਂ ਪਾਪ ਨਾਸ਼ ਕਰ ਦਿੰਦੇ ਹਨ। ਤਾਂ ਪਟ ਕਲ ਸਹਾਰ ਜੀ ਆਪ ਹੀ ਉੱਤਰ ਦਿੰਦੇ ਹਨ, ਨਾਮ ਅਵਖਦ, ਕਿ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਕੋਲੋਂ ਜਿਹੜੀ ਔਸ਼ਧੀ ਹੈ ਉਹ ਨਾਮ ਦੀ ਹੈ। ਸੰਸਾਰੀ ਜੀਵਾਂ ਨੂੰ ਮਾਇਆ ਦੇ ਮੋਹ ਤੋਂ ਰਹਿਤ ਹੋ ਕੇ, ਅਗਿਆਨ ਤੋਂ ਰਹਿਤ ਹੋ ਕੇ ਜਿਹੜਾ ਪਵਿੱਤਰ ਕਿਸਮ ਦਾ ਜੀਵਨ ਜਿਉਣ ਦਾ ਆਧਾਰ ਹੈ ਉਹ ਵੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਕੋਲੋਂ ਨਾਮ ਰੂਪ ਦੇ ਵਿੱਚ ਹੈ। ਅਤੇ ਜਦੋਂ ਸਾਰੀ ਸ੍ਰਿਸ਼ਟੀ ਨੇ ਧਿਆਨ ਸਰੂਪ ਹੋ ਕੇ ਪਰਮੇਸ਼ਰ ਨਾਲ ਜੁੜਨਾ ਹੈ ਅਤੇ ਸਮਾਧੀ ਦਾ ਅਨੁਭਵ ਵੀ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜੀ ਕੋਲ ਹੈ। ਸੁੱਖ ਸਦਾ ਨਾਮ ਕਰਕੇ ਸਾਰੇ ਜਗਤ ਵਿੱਚ ਕਲਿਆਣ ਸੁੱਖ ਹੈ, ਸਦਾ ਨਾਮ ਨਿਸ਼ਾਨ ਸੋ ਹੈ, ਅਤੇ ਨਾਮ ਦਾ ਨਿਸ਼ਾਨ ਧਵਜ ਹੀ ਸਾਰੇ ਜਗਤ ਵਿੱਚ ਸੋ ਰਿਹਾ। ਇਹਦਾ ਭਾਵ ਇਹ ਹੈ, ਨਾਮ ਅਵਖਦ ਕਿਵੇਂ ਹੈ। ਜਦੋਂ ਅਸੀਂ ਕਦੇ ਜੀਵਨ ਦੇ ਵਿੱਚ ਯਤਨ ਕਰਨਾ, ਗੁਰੂ ਅੰਗਦ ਦੇਵ ਸਾਹਿਬ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਇੱਕ ਜਗ੍ਹਾ ਨਹੀਂ ਮਿਲਦੀ, ਤੁਹਾਨੂੰ ਕਿਤੇ ਨਾ ਕਿਤੇ ਕਿਸੇ ਵਾਰ ਵਿੱਚੋਂ ਕੋਈ ਸ਼ਲੋਕ ਪੜ੍ਹਨਾ ਪਵੇਗਾ। ਕਹਿੰਦੇ ਨਾਮ ਅਵਖਦ ਕਿਵੇਂ ਹੈ। ਗੁਰੂ ਅੰਗਦ ਦੇਵ ਸਾਹਿਬ ਜੀ ਦਾ ਇੱਕ ਸ਼ਲੋਕ ਹੈ, ਕਿਸ ਹੀ ਕੋਈ ਕੋਏ ਮੰਝ ਨਿਮਾਣੀ, ਇੱਕ ਤੂੰ ਕੋ ਕਿਉ ਨਾ ਮਰੀਜੈ ਰੋਏ, ਜਾ ਲਗ ਚੇਤਨਾ ਆਵਹੀ। ਨਾਮ ਅਵਖਦ ਦਾ ਭਾਵ ਹੈ ਕਿ ਜਿਹੜੇ ਬੰਦੇ ਨੂੰ ਪਰਮੇਸ਼ਰ ਦੇ ਸਤ ਸਰੂਪ ਦਾ ਚੇਤਾ ਭੁੱਲ ਗਿਆ, ਉਹ ਸੰਸਾਰ ਦੇ ਹੋਰ ਆਸਰੇ ਤੱਕੇਗਾ ਅਤੇ ਉਹਨਾਂ ਆਸਰਿਆਂ ਕਰਕੇ ਉਹਦਾ ਜੀਵਨ ਜ਼ਹਿਰ ਬਣ ਜਾਵੇਗਾ। ਪਰ ਜੇ ਉਹਦੇ ਅੰਦਰ ਨਿਰੋਲ ਪਰਮੇਸ਼ਰ ਦੀ ਯਾਦ ਰਹੇਗੀ ਤਾਂ ਉਹ ਜਿਹੜਾ ਉਪਦੇਸ਼ ਗੁਰੂ ਅੰਗਦ ਦੇਵ ਸਾਹਿਬ ਜੀ ਕੋਲੋਂ ਮਿਲਣਾ ਉਹ ਜਗਿਆਸੂ ਦੇ ਲਈ ਔਸ਼ਧੀ ਹੈ। ਨਾਮ ਆਧਾਰ। ਹੁਣ ਕਾਇਨਾਤ ਕਹਿੰਦੀ ਹੈ ਜੀ ਇਹ ਸਾਡੇ ਜੀਵਨ ਦੇ ਵਿੱਚ ਪਦਾਰਥ ਵੀ ਨਹੀਂ ਰਹਿਣ ਵਾਲਾ, ਪਰਿਵਾਰ ਵੀ ਨਹੀਂ ਰਹਿਣ ਵਾਲਾ, ਦੇਹ ਵੀ ਨਹੀਂ ਰਹਿਣ ਵਾਲੀ, ਫਿਰ ਆਧਾਰ ਕਾਹਦਾ ਬਣਾਈਏ। ਤਾਂ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜੀ ਕਹਿੰਦੇ ਨਾਮ ਆਧਾਰ, ਕਿ ਜੋ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬਾਣੀ 'ਚ ਸਤ ਸਰੂਪ ਦਾ ਗਿਆਨ ਪ੍ਰਗਟ ਕੀਤਾ ਉਹੀ ਸਾਡਾ ਆਧਾਰ ਹੈ। ਫਿਰ ਸ੍ਰਿਸ਼ਟੀ ਕਹਿੰਦੀ ਹੈ ਨਾਮ ਆਧਾਰ ਤਾਂ ਬਣ ਗਿਆ, ਫਿਰ ਉਸ ਨਾਮ ਦੇ ਆਧਾਰ ਨਾਲ ਜੁੜਨਾ ਕਿੱਥੇ ਜਾ ਕੇ ਹੈ। ਤਾਂ ਕਹਿੰਦੇ ਨਾਮ ਸਮਾਧ, ਜਿੱਥੇ ਜਾ ਕੇ ਜੀਵ ਨੂੰ ਆਪਣੀ ਹਸਤੀ ਦਾ ਇਸ ਤਰ੍ਹਾਂ ਦਾ ਅਨੁਭਵ ਹੋਵੇ ਕਿ ਮੈਂ ਕੁਝ ਵੀ ਨਹੀਂ ਹਾਂ, ਕੇਵਲ ਇੱਕ ਜਰਰੇ ਸਮਾਨ ਹਾਂ। ਕਹਿੰਦੇ ਇਹ ਸਮਾਧੀ ਦਾ ਅਨੁਭਵ ਵੀ ਗੁਰੂ ਅੰਗਦ ਦੇਵ ਸਾਹਿਬ ਜੀ ਕੋਲ ਹੈ। ਅਤੇ ਉਹਨਾਂ ਦੇ ਨਾਮ 'ਤੇ ਸਦਾ ਨਾਮ ਦਾ ਨਿਸ਼ਾਨ ਸੌਂਦਾ ਹੈ। ਭਾਵ ਕਿ ਜਦੋਂ, ਕਿਉਂਕਿ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਅਕਥ ਅਗੋਚਰ ਜੀਵਨ ਦੀ ਸਿਫਤ ਸਲਾਹ ਦਾ ਸਿਲਸਿਲਾ ਜਿਹੜਾ ਸੀ ਖਡੂਰ ਸਾਹਿਬ ਵਿਖੇ ਸ਼ੁਰੂ ਕਰ ਦਿੱਤਾ ਸੀ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਸਾਰੇ ਜੀਵਨ ਦੇ ਵਿੱਚ ਨਾਮ ਦੀ ਮਹਿਮਾ ਸਮਾਈ ਹੈ। ਇਸ ਕਰਕੇ ਪਟ ਕਲ ਸਹਾਰ ਜੀ ਆਖਦੇ ਹਨ ਕਿ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਕੋਲੋਂ ਨਾਮ ਦਾ ਉੱਚਾ ਝੰਡਾ ਹੈ। ਰੰਗ ਰਤੋ ਨਾਮ ਸਿਉ, ਕਲ ਨਾਮ ਸੁਰ ਨਰ ਹੈ ਬੋ ਹੈ। ਅਤੇ ਸ੍ਰਿਸ਼ਟੀ ਨੂੰ ਨਾਮ ਦੀ ਐਸੀ ਰੰਗਣਾ ਦਿੱਤੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਕਿ ਸਾਰੇ ਦੇਵਤਿਆਂ ਸਮਾਨ ਹੋ ਗਏ। ਨਾਮ ਪਰਸ ਜਿਨ ਪਾਇਓ, ਸਤ ਪ੍ਰਗਟਿਓ ਰਬ ਲੋਏ। ਤਾਂ ਪਟ ਕਲ ਸਹਾਰ ਜੀ ਉਚਾਰਨ ਕਰਦੇ ਹਨ ਨਾਮ ਪਰਸ, ਕਿ ਹੁਣ ਕਹਿੰਦੇ ਜਦੋਂ ਸ੍ਰਿਸ਼ਟੀ ਤੋਂ ਗੁਰੂ ਨਾਨਕ ਨੇ ਸਰੂਪ ਵਟਾਇਆ ਤਾਂ ਬੜਿਆਂ ਨੂੰ ਇਹ ਭੇਦ ਪੈ ਗਿਆ ਕਿ ਕੀ ਉਨੀ ਹੀ ਜਿਹੜੀ ਇੱਕ ਅਜ਼ਮਤ ਹੈ ਉਹ ਗੁਰੂ ਅੰਗਦ ਸਰੂਪ ਵਿੱਚ ਹੋਏਗੀ। ਕਹਿੰਦੇ ਜਦੋਂ ਇਹ ਭਾਵਨਾ ਧਾਰ ਕਰਕੇ ਪਾਰ ਸਰੂਪ ਗੁਰੂ ਨੂੰ ਛੋ ਗਏ ਤਾਂ ਸਤ ਪ੍ਰਗਟਿਓ ਰਬ ਲੋਏ। ਫਿਰ ਸੱਤਾ ਦੀਪਾਂ ਦੇ ਵਿੱਚ ਉਹਨਾਂ ਦਾ ਜਸ ਪ੍ਰਕਾਸ਼ ਹੋਇਆ। ਦਰਸ਼ਨ ਪਰਸਿਐ ਗੁਰੂ ਕੈ 68 ਮੱਜਨ ਹੋਏ। ਕਿ ਗੁਰੂ ਨਾਨਕ ਸਰੂਪ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਟ ਕਲ ਸਹਾਰ ਜੀ ਆਖਦੇ ਹਨ, ਕਿਉਂਕਿ ਭੱਟ ਉਹ ਸਨ ਜਿਹੜੇ 1 ਸਾਲ ਤੋਂ ਭਰਮ ਰਹੇ ਸਨ ਅਤੇ ਸੰਪੂਰਨ ਗੁਰੂ ਦੀ ਤਲਾਸ਼ ਵਿੱਚ ਸਨ। ਇਸ ਕਰਕੇ ਉਹ ਗੁਰੂ ਅੰਗਦ ਦੇਵ ਸਾਹਿਬ ਜੀ ਦਰਸ਼ਨਾਂ ਨੂੰ 68 ਤੀਰਥਾਂ ਦੇ ਸਮਾਨ ਮਹੱਤਤਾ ਦਿੰਦੇ ਹਨ। ਕਹਿੰਦੇ ਦਰਸ਼ਨ ਪਰਸਿਐ ਗੁਰੂ ਕੈ। ਹੁਣ ਇੱਥੇ ਉਹਨਾਂ ਗੁਰ ਸ਼ਬਦ ਨਹੀਂ ਵਰਤਿਆ, ਗੁਰੂ ਵਰਤਿਆ ਕਿ ਉਹ ਸਾਰੀ ਕਿਰਪਾ ਜਿਹੜੀ ਗੁਰੂ ਨਾਨਕ ਸਰੂਪ ਵਿੱਚ ਸੀ ਉਹ ਸਾਰੀ ਪ੍ਰਤੱਖ ਕਰਕੇ ਗੁਰੂ ਅੰਗਦ ਦੇਵ ਸਾਹਿਬ ਜੀ ਵਿੱਚ ਆ ਗਈ। ਇਸ ਕਰਕੇ ਗੁਰੂ ਦਰਸ਼ਨ ਦੇ ਨਾਲ ਹੀ 68 ਤੀਰਥਾਂ ਦਾ ਜਿਹੜਾ ਮਹਾਤਮ ਫਲ ਹੈ ਉਹ ਮਨੁੱਖਤਾ ਨੂੰ ਪ੍ਰਾਪਤ ਹੁੰਦਾ ਹੈ। ਸੱਚ ਤੀਰਥ ਸੱਚ ਇਸ਼ਨਾਨ ਅਰ ਭੋਜਨ ਭਾਓ, ਸੱਚ ਸਦਾ ਸੱਚ ਪਾਖੰਤ ਸੋ ਹੈ। ਤਾਂ ਪਟ ਕਲ ਸਹਾਰ ਜੀ ਉਚਾਰਨ ਕਰਦੇ ਹਨ ਕਿ ਸ੍ਰਿਸ਼ਟੀ ਨੂੰ ਕਿਸੇ ਤੀਰਥ ਦੀ ਤਲਾਸ਼ ਹੈ ਅਤੇ ਕਹਿੰਦੇ ਉਹ ਸੱਚਾ ਤੀਰਥ ਗੁਰੂ ਅੰਗਦ ਦੇਵ ਸਾਹਿਬ ਜੀ ਹਨ। ਕਹਿੰਦੇ ਸ੍ਰਿਸ਼ਟੀ ਸੱਚਾ ਇਸ਼ਨਾਨ ਕਰਨਾ ਚਾਹੁੰਦੀ ਹੈ, ਉਹ ਇਸ਼ਨਾਨ ਦਾ ਜਿਹੜਾ ਢੰਗ ਹੈ ਉਹ ਵੀ ਗੁਰੂ ਅੰਗਦ ਦੇਵ ਸਾਹਿਬ ਹਨ। ਜਿਹੜਾ ਭੋਜਨ ਭਾਓ, ਜਿਸ ਗਿਆਨ ਰੂਪ ਭੋਜਨ ਦੇ ਨਾਲ ਮਨ ਅੰਦਰ ਅਕਾਲ ਪੁਰਖ ਦੀ ਭੈ ਭਾਵਨਾ ਪੈਦਾ ਹੁੰਦੀ ਹੈ,
ਕਹਿੰਦੇ ਉਹ ਵੀ ਗੁਰੂ ਅੰਗਦ ਦੇਵ ਸਾਹਿਬ ਜੀ ਹਨ। ਸੱਚ ਪਾਖੰਤ ਸੋ ਹੈ, ਅਤੇ ਉਹ ਸੱਚ ਰੂਪ ਦੇ ਵਿੱਚ ਉੱਜਲ ਲੱਗਦੇ ਨੇ। ਇਹਦਾ ਭਾਵ ਕੀ ਹੈ? ਇਹਦਾ ਜ਼ਿਕਰ ਆਪਦੇ ਸਨਮੁਖ ਰੱਖਦੇ ਹਾਂ। ਸੱਚ ਤੀਰਥ, ਬਾਣੀ ਵਿੱਚ ਵਾਕ ਹਨ ਸਤਿਗੁਰੂ ਸਾਹਿਬ ਜੀ ਦੇ, ਗੁਰ ਗਿਆਨ ਸਾਚਾ ਥਾਨ ਤੀਰਥ 10 ਪੁਰਬ ਸਦਾ ਦਸਾਹਰਾ। ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਤੱਖ ਜਾ ਕੇ ਉਪਦੇਸ਼ ਕੀਤਾ ਅਤੇ ਅੰਤਰਗਤ ਤੀਰਥ ਦਾ ਜਦੋਂ ਗਿਆਨ ਸਾਰੇ ਸੰਸਾਰ ਨੂੰ ਦੇ ਦਿੱਤਾ, ਤਾਂ ਕਹਿੰਦੇ ਫਿਰ ਇਸ ਗਿਆਨ ਸਰੂਪ ਦਾ ਜਿਹੜਾ ਅਨੁਭਵ ਅੱਗੇ ਜਗਤ ਵਿੱਚ ਵੰਡਣਾ ਸੀ, ਉਹ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਵੰਡਿਆ। ਕਿਉਂਕਿ ਗੁਰੂ ਅੰਗਦ ਦੇਵ ਸਾਹਿਬ ਜੀ ਜਦੋਂ ਕਰਤਾਰਪੁਰ ਵਿਖੇ ਗੁਰੂ ਸ਼ਰਨ ਆ ਗਏ, ਦੁਬਾਰਾ ਨਾ ਤਾਂ ਕਿਸੇ ਯਾਤਰਾ 'ਤੇ ਗਏ, ਨਾ ਕਿਸੇ ਇਸ਼ਨਾਨ ਦੀ ਚਾਹਤ ਰੱਖੀ, ਨਾ ਕਿਸੇ ਦੀ ਭਟਕਣ ਵਿੱਚ ਰਹੀ। ਇਸ ਕਰਕੇ ਗੁਰੂ ਤੀਰਥ ਵਿੱਚੋਂ ਸੱਚ ਦਾ ਇਸ਼ਨਾਨ ਕਿਵੇਂ ਕੀਤਾ ਜਾਂਦਾ ਹੈ, ਇਹਦਾ ਸਮੁੱਚਾ ਗਿਆਨ ਭਾਈ ਲਹਿਣਾ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਕੋਲ ਹੈ। ਕਿ ਜਿਹੜਾ ਇੰਨਾ ਸਮਾਂ ਤੀਰਥਾਂ ਦਾ ਭ੍ਰਮਣ ਕਰਕੇ ਮਨ 'ਚ ਸਹਿਜ ਨਹੀਂ ਬਣਿਆ, ਜੀਵਨ ਦੇ ਵਿੱਚ ਨਿਰਮਲਤਾ ਨੇ ਵਾਸ ਨਹੀਂ ਕੀਤਾ, ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਨਹੀਂ ਹੋਇਆ, ਕਹਿੰਦੇ ਇਸ ਗੱਲ ਦਾ ਸਾਰਾ ਭੇਦ ਗੁਰੂ ਅੰਗਦ ਦੇਵ ਸਾਹਿਬ ਜੀ ਕੋਲ ਹੈ। ਕਿਉਂ? ਕਿਉਂਕਿ ਉਹਨਾਂ ਨੇ ਗੁਰੂ ਨਾਨਕ ਰੂਪ ਤੀਰਥ ਦੇ ਵਿੱਚ ਇਸ਼ਨਾਨ ਕੀਤਾ ਗਿਆਨ ਦੇ ਸਹਿਤ, ਜਿਹਦੇ ਨਾਲ ਮਾਇਆ ਦੇ ਤਿੰਨਾਂ ਗੁਣਾਂ ਦੀ ਮੈਲ ਉਤਰ ਗਈ ਅਤੇ ਉਹਨਾਂ ਨੂੰ ਹਿਰਦੇ ਘਰ ਵਿੱਚ ਹੀ ਗੁਰੂ ਨਾਨਕ ਨੇ ਅਕਾਲ ਪੁਰਖ ਸਰੂਪ ਦਾ ਗਿਆਨ ਕਰਵਾ ਦਿੱਤਾ। ਇਸ ਕਰਕੇ ਭੱਟ ਕੱਲ੍ਹ ਸਹਾਰ ਜੀ ਆਖਦੇ ਹਨ ਕਿ ਜੇ ਤੁਹਾਨੂੰ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰਸ਼ਨ ਹੋ ਗਏ ਹਨ, ਅਤੇ ਇਸ ਤੋਂ ਬਾਅਦ ਤੁਹਾਨੂੰ ਕਿਸੇ ਤੀਰਥ ਦੀ ਅਪੇਕਸ਼ਾ ਮਨ ਦੇ ਅੰਦਰ ਰੱਖਣੀ ਠੀਕ ਨਹੀਂ। ਜੇ ਤੁਸੀਂ ਗੁਰੂ ਅੰਗਦ ਦੇਵ ਸਰੂਪ ਕੋਲੋਂ ਬਾਣੀ ਦਾ ਮਹਾਤਮ ਸ਼ਰਵਣ ਕਰ ਲਿਆ ਹੈ, ਤੁਹਾਨੂੰ ਕਿਸੇ ਹੋਰ ਇਸ਼ਨਾਨ ਦੀ ਲੋੜ ਨਹੀਂ। ਜੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਜੀਵਨ ਵਿੱਚ ਗੁਰੂ ਨਾਨਕ ਚਰਨਾਂ ਦਾ ਅਥਾਹ ਪਿਆਰ ਤੱਕ ਲਿਆ ਹੈ, ਅਤੇ ਤੁਹਾਨੂੰ ਜਿਹੜਾ ਭਗਤੀ ਭਾਵਨਾ ਦਾ ਕਿਤੋਂ ਹੋਰ ਮਿਸਾਲ ਲੱਭਣ ਦੀ ਲੋੜ ਨਹੀਂ। ਗੁਰੂ ਨਾਨਕ ਨੇ ਆਪਣੀ ਗਿਆਨ ਸਰੂਪ ਦਾ ਸਾਰਾ ਪ੍ਰਕਾਸ਼ ਗੁਰੂ ਅੰਗਦ ਸਰੂਪ ਦੁਆਰਾ ਕਰ ਦਿੱਤਾ, ਅਤੇ ਉਹ ਬੜੇ ਸ਼ੋਭਨੀਕ ਲੱਗਦੇ ਹਨ। ਸੱਚ ਪਾਇਓ ਗੁਰ ਸ਼ਬਦ, ਸੱਚ ਨਾਮ ਸੰਗਤੀ ਬੋ ਹੈ। ਤਾਂ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਜੀਵਨ 'ਚ ਇੱਕ ਪ੍ਰਮਾਣ ਮਿਲਦਾ। ਇੱਕ ਸਮੇਂ ਉਹਨਾਂ ਦੇ ਪਾਸ ਪੰਡਿਤ ਲੋਕ ਆਏ ਤਾਂ ਕਹਿਣ ਲੱਗੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਕਿ ਸਤਿਗੁਰੂ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਤਾਂ ਸੰਪੂਰਨ ਗਿਆਨ ਦੇ ਪ੍ਰਕਾਸ਼ ਆਪ ਸਨ, ਤੁਸੀਂ ਤਾਂ ਅੱਗੇ ਉਹਨਾਂ ਦੇ ਉੱਤਰਾਧਿਕਾਰੀ ਹੋ, ਫਿਰ ਤੁਸੀਂ ਉਹਨਾਂ ਸਮਾਨ ਗਿਆਨ ਦਾ ਉਪਦੇਸ਼ ਜਗਤ ਨੂੰ ਕਿਵੇਂ ਕਰੋਗੇ? ਉਹਨਾਂ ਨੇ ਮਤਲਬ ਸਿੱਧਾ ਇਹ ਪ੍ਰਸ਼ਨ ਕੀਤਾ ਕਿ ਗੁਰੂ ਨਾਨਕ ਤਾਂ ਖੁਦ ਗਿਆਨ ਦਾ ਪ੍ਰਕਾਸ਼ ਸੀ, ਤਾਂ ਉਹਨਾਂ ਨੇ ਜਦੋਂ ਸੰਸਾਰ ਨੂੰ ਗਿਆਨ ਕਰਨਾ ਤਾਂ ਉਹਨਾਂ ਨੂੰ ਤਾਂ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਸੀ, ਪਰ ਤੁਸੀਂ ਜਿਹੜੇ ਉੱਤਰਾਧਿਕਾਰੀ ਹੋ, ਆਪ ਜੀ ਉੱਤਰਾਧਿਕਾਰੀ ਹੋ, ਜਦੋਂ ਆਪ ਜੀ ਨੇ ਗਿਆਨ ਦਾ ਉਪਦੇਸ਼ ਕਰਨਾ ਤਾਂ ਤੁਹਾਡੇ ਕੋਲ ਫਿਰ ਕੀ ਆਧਾਰ ਹੈ? ਕਿਉਂਕਿ ਆਪ ਜੀ ਤਾਂ ਉੱਤਰਾਧਿਕਾਰੀ ਹੋ। ਤਦ ਗੁਰੂ ਅੰਗਦ ਸਰੂਪ ਸਾਹਿਬ ਜੀ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਪਰਮ ਵਾਕ ਹਨ, ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਕਿ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਹਾ ਕਿ ਗਿਆਨ ਪ੍ਰਫੁੱਲਤ ਹੈ, ਜਦੋਂ ਸੰਗਤ ਵਿੱਚ ਬੈਠ ਕੇ ਦੀ ਵਿਚਾਰ ਕੀਤੀ ਜਾਂਦੀ ਹੈ, ਫਿਰ ਇਹਦਾ ਸਾਰਿਆਂ ਦੇ ਮਨਾਂ ਅੰਦਰ ਪ੍ਰਕਾਸ਼ ਹੁੰਦਾ ਹੈ। ਅਤੇ ਅਸੀਂ ਸਤ ਸੰਗਤ ਜੋੜ ਕੇ ਰੱਖੀ ਹੈ, ਇਹ ਜਦੋਂ ਗੁਰੂ ਨਾਨਕ ਸਰੂਪ ਦਾ ਧਿਆਨ ਧਰੇਗੀ, ਸਾਰਿਆਂ ਦੇ ਅੰਦਰ ਸੱਚ ਦਾ ਪ੍ਰਕਾਸ਼ ਹੋਏਗਾ। ਇਸ ਕਰਕੇ ਭੱਟ ਕੱਲ੍ਹ ਸਹਾਰ ਜੀ ਆਖਦੇ ਨੇ, ਸੱਚ ਪਾਇਓ ਗੁਰ ਸ਼ਬਦ। ਗੁਰੂ ਨਾਨਕ ਦੇਵ ਸਾਹਿਬ ਜੀ ਕੋਲੋਂ ਜੋ ਸ਼ਬਦ ਦੀ ਮਿਹਰ ਨੂੰ ਮਾਣਿਆ, ਕਹਿੰਦੇ ਫਿਰ ਉਹੀ ਸੱਚੇ ਨਾਮ ਕਰਕੇ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਸੰਗਤ ਦੇ ਵਿੱਚ ਬੋਹਿਆ ਭਾਵ ਵੰਡਿਆ। ਜਿਸ ਸੱਚ ਸੰਜਮ ਵਰਤ ਸੱਚ, ਕਬ ਜਨ ਕਲ ਵਖਾਣ। ਅਤੇ ਭੱਟ ਕੱਲ੍ਹ ਸਹਾਰ ਜੀ ਆਖਦੇ ਹਨ ਕਿ ਜਿਸ ਸੱਚ ਸੰਜਮ, ਕਿ ਜਿਹੜੇ ਜੋਗੀ ਲੋਕ ਸੰਜਮ ਰੱਖਦੇ ਨੇ, ਉਹ ਉਹਦੇ ਲਈ ਜਿਹੜਾ ਹੈ ਇੱਕ ਰਸ ਪੀਂਦੇ ਹਨ ਜਿਹਨੂੰ ਸੋਮ ਰਸ ਆਖਦੇ ਹਨ। ਪਰ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਜਿਹੜਾ ਸੰਜਮ ਬਣਾਇਆ ਹੋਇਆ ਹੈ ਆਪਣੇ ਜੀਵਨ ਦਾ, ਕਹਿੰਦੇ ਉਹ ਜਿਹੜਾ ਗੁਰੂ ਕੇ ਮੁਬਾਰਕ ਚਰਨਾਂ ਦੀ ਸਿਫਤ ਸਲਾਹ ਦਾ ਰਸ ਹੈ ਉਹਦੇ ਨਾਲ ਬਣਿਆ ਹੈ। ਕਹਿੰਦੇ ਜਿਹੜਾ ਵਰਤ ਆਦਿਕ ਹੈ ਉਹ ਕਿਸੇ ਹੋਰ ਭਾਵ ਨਾਲ ਬਣਾਉਂਦੇ ਹਨ, ਪਰ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਵਰਤ ਇਹ ਹੈ ਕਿ ਉਹ ਕਦੇ ਵੀ ਆਪਣਾ ਧਿਆਨ ਗੁਰੂ ਨਾਨਕ ਸਰੂਪ ਨਾਲੋਂ ਜੁਦਾ ਨਹੀਂ ਕਰਦੇ ਹਨ। ਭੱਟ ਕੱਲ੍ਹ ਸਹਾਰ ਜੀ ਆਖਦੇ ਨੇ ਕਿ ਐਸੇ ਸਤਿਗੁਰੂ ਸਾਹਿਬ ਜੀ ਦੇ ਮੈਂ ਗੁਣ ਬਿਆਨ ਕਰਦਾ ਹਾਂ, ਦਰਸ਼ਨ ਪਰਸੈ ਗੁਰੂ ਕੈ ਸੱਚ ਜਨਮ ਪਰਵਾਣ। ਪਹਿਲਾਂ ਜ਼ਿਕਰ ਕੀਤਾ ਸੀ ਕਿ ਗੁਰੂ ਕੇ ਦਰਸ਼ਨ ਦੇ ਨਾਲ 68 ਤੀਰਥਾਂ ਦਾ ਮਹਾਤਮ ਪ੍ਰਾਪਤ ਹੁੰਦਾ ਹੈ, ਤਾਂ ਹੁਣ ਜ਼ਿਕਰ ਕਰਦੇ ਹਨ ਕਿ ਜੇ ਗੁਰੂ ਅੰਗਦ ਸਰੂਪ ਦੇ ਦਰਸ਼ਨ ਹੋ ਜਾਣ
ਤਾਂ ਜੀਵਨ ਦੇ ਵਿੱਚ ਐਸੀ ਸੱਚ ਦਾ, ਐਸਾ ਭਗਤੀ ਦਾ, ਗਿਆਨ ਦਾ, ਗੁਰੂ ਚਰਨਾਂ ਦੇ ਅਥਾਹ ਪ੍ਰੇਮ ਦਾ ਰੰਗ ਲੱਗੇਗਾ ਕਿ ਅਸੀਂ ਇਸੇ ਜਨਮ ਦੇ ਵਿੱਚ ਹੀ ਗੁਰੂ ਨਾਨਕ ਦੀ ਦ੍ਰਿਸ਼ਟੀ ਦੇ ਵਿੱਚ ਪ੍ਰਵਾਨ ਹੋ ਜਾਵਾਂਗੇ। ਆਮਿਆਂ ਦ੍ਰਿਸ਼ਟ ਸੁਭ ਕਰੈ, ਹਰੈ ਅਗ ਪਾਪ ਸਕਲ ਮਲ। ਹੁਣ ਸਾਡੇ ਮਨਾਂ ਨੂੰ ਵਿਸ਼ਵਾਸ ਦੀ ਵੱਡੀ ਉਚਾਈ ਦਿਵਾਉਂਦੇ ਹਨ ਭੱਟ ਕਲ ਸਹਾਰ ਜੀ। ਜਦ ਭੱਟਾਂ ਦੇ ਸੰਬੰਧ ਦੇ ਵਿੱਚ ਇੱਕ ਦਿਨ ਵਿਸਥਾਰਤ ਚਰਚਾ ਕਰਨ ਦਾ ਯਤਨ ਕੀਤਾ ਸੀ, ਉਸ ਸਮੇਂ ਇੱਕ ਨੁਕਤਾ ਆਪ ਜੀ ਦੇ ਸਨਮੁਖ ਅਰਜ਼ ਕੀਤਾ ਸੀ ਕਿ ਭੱਟ ਸਾਹਿਬਾਨਾਂ ਨੇ ਜਦੋਂ ਗੁਰੂ ਜੀਵਨ ਨੂੰ ਦੇਖਿਆ ਹੈ, ਕਿਉਂਕਿ ਹੁਣ ਗੁਰੂ ਧਰਤੀ ਦੇ ਅਕਾਲ ਪੁਰਖ ਰੂਪ ਹੋ ਕੇ ਪ੍ਰਗਟਿਆ ਹੈ, ਸਾਰੀ ਕਾਇਨਾਤ ਨੇ ਉਹਨੂੰ ਜਿਸ ਜਿਸ ਰੂਪ ਦੇ ਵਿੱਚ ਦੇਖਿਆ ਉਸ ਉਸ ਸਰੂਪ ਦੇ ਵਿੱਚ ਪੂਜ ਲਿਆ। ਪਰ ਗੁਰੂ ਦੁਆਰਾ ਸਤਿਗੁਰੂ ਤੇ ਸਤਿਗੁਰੂ ਦੁਆਰਾ ਅਕਾਲ ਪੁਰਖ ਦੇ ਸੰਪੂਰਨ ਭੇਦ ਦਾ ਪ੍ਰਗਟਾਵਾ ਕਿਸੇ ਇੱਕ ਅੱਧ ਨੂੰ ਹੋਇਆ। ਤਾਂ ਪਰ ਕਿਉਂਕਿ ਗੁਰੂ ਗੁਰ ਪਰਮੇਸ਼ਰ ਇੱਕੋ ਜਾਣ ਹੈ ਸਾਡਾ ਜਿਹੜਾ ਅਧਿਆਤਮਕ ਅਨੁਭਵ, ਤਾਂ ਗੁਰੂ ਨੇ ਆਪਣਾ ਸਰੂਪ ਜਿਹੜਾ ਸਾਰੇ ਬ੍ਰਹਿਮੰਡ ਵਿੱਚ ਰਮਿਆ ਹੋਇਆ ਹੈ, ਇਹਦੀ ਜਿਹੜੀ ਪਰਮ ਸੋਝੀ ਹੈ ਇਹ ਭੱਟ ਸਾਹਿਬਾਨਾਂ ਨੂੰ ਵਿਸ਼ੇਸ਼ ਕਰਕੇ ਬਖਸ਼ਿਸ਼ ਕੀਤੀ। ਅਤੇ ਭੱਟ ਸਾਹਿਬਾਨਾਂ ਨੇ ਪਹਿਲਾਂ ਗੁਰੂ ਨਾਨਕ ਸਰੂਪ ਦੇ ਉਸ ਤੇਜ ਨੂੰ ਤੱਕਿਆ ਜਿਹੜਾ ਸ੍ਰਿਸ਼ਟੀ ਵਿੱਚ ਸਮਾਇਆ ਹੋਇਆ। ਇਸ ਕਰਕੇ ਭੱਟ ਸਾਹਿਬਾਨ ਬੜੇ ਨਿਵੇਕਲੇ ਢੰਗ ਨਾਲ ਸਿਫਤ ਕਰਦੇ ਹਨ। ਹੁਣ ਭੱਟ ਕਲ ਸਹਾਰ ਜੀ ਗੁਰੂ ਅੰਗਦ ਸਰੂਪ ਦੀ ਕਿਰਪਾ ਦਾ ਜ਼ਿਕਰ ਕਰਦਿਆਂ ਉਹਨਾਂ ਦੀ ਮਹਿਮਾ ਕਰਦੇ ਹਨ। ਆਮਿਆਂ ਦ੍ਰਿਸ਼ਟ ਸੁਭ ਕਰੈ, ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਦੀ ਦ੍ਰਿਸ਼ਟੀ ਜਿਹਦੇ ਉੱਪਰ ਉਹ ਪੈ ਜਾਵੇ ਉਹ ਐਸੀ ਸ਼ੁਭਤਾ ਕਰਦੀ ਹੈ, ਹਰੈ ਅਗ ਪਾਪ, ਕਿ ਸਾਰੇ ਜਿਹੜੇ ਮਲੀਨ ਪਾਪਾਂ ਦਾ ਸੰਸਕਾਰ ਜੀਵਨ 'ਚ ਬਣੇ ਹੁੰਦੇ ਹਨ ਉਹਨਾਂ ਸਾਰਿਆਂ ਨੂੰ ਮਲ ਕੇ ਧੋ ਦਿੰਦੀ ਹੈ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਕਿ ਜਿਹੜੇ ਕਾਮ ਕ੍ਰੋਧ ਲੋਭ ਮੋਹ ਦੀ ਭਟਕਣਾ ਵਿੱਚ ਸਾਰਾ ਸੰਸਾਰ ਖੁਆਰ ਹੋ ਰਿਹਾ ਹੈ, ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਤੇਜ ਬਲ ਦੇ ਨਾਲ ਵਿਕਾਰਾਂ ਦੇ ਸਾਰੇ ਭਾਵ ਨਾਸ਼ ਹੋ ਜਾਂਦੇ ਹਨ। ਸਦਾ ਸੁਖ ਮਨ ਵਸੈ ਦੁੱਖ ਸੰਸਾਰ ਖੋਵੈ, ਅਤੇ ਗੁਰੂ ਅੰਗਦ ਦੇਵ ਸਾਹਿਬ ਜੀ ਦਰਸ਼ਨਾਂ ਨਾਲ ਐਸੇ ਆਤਮਿਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਕਿ ਸਾਰੇ ਸੰਸਾਰਕ ਦੁੱਖ ਨਾਸ਼ ਹੋ ਜਾਂਦੇ ਹਨ। ਦੁੱਖ ਤਾਂ ਕੁਦਰਤੀ ਸਮਝ ਆਉਂਦਾ ਹੈ, ਪਰ ਸੰਸਾਰਿਕ ਦੁੱਖ ਦਾ ਭਾਵ ਕੀ ਹੈ? ਸੰਸਾਰਿਕ ਦੁੱਖ ਦਾ ਭਾਵ ਹੈ ਕਿ ਜਿਨ੍ਹਾਂ ਨੇ ਗੁਰੂ ਜੋਤ ਨੂੰ ਨਹੀਂ ਪਛਾਣਿਆ। ਬਾਵਨ ਭੱਟ ਸਾਹਿਬਾਨਾਂ ਦੀ ਬਾਣੀ ਵਿੱਚ ਆਉਂਦਾ, ਜਿਹਨੂੰ ਗੁਰੂ ਨਾ ਜਾਣਿਓ, ਜਿਹਨੂੰ ਗੁਰੂ ਨਾ ਦੇਖਿਓ, ਨਹੁ ਕੀਓ ਤੇ ਅਕਿਆਥ ਸੰਸਾਰ ਮੈਂ। ਗੁਰੂ ਸਾਹਿਬ ਜੀ ਖਡੂਰ ਸਾਹਿਬ ਜਾ ਕੇ ਬੈਠ ਗਏ। ਜਿਨ੍ਹਾਂ ਨੂੰ ਪਤਾ ਸੀ ਉਹਨਾਂ ਨੇ ਕਰਤਾਰਪੁਰ ਤੋਂ ਜਾ ਕੇ ਖਡੂਰ ਸਾਹਿਬ ਵਿਖੇ ਫਿਰ ਤਲਾਸ਼ ਕਰ ਲਈ, ਪਰ ਜਿਹੜੇ ਕੇਵਲ ਸੰਸਾਰੀ ਰਹਿ ਕੇ ਉੱਥੇ ਚੁੱਪ ਕਰਕੇ ਬੈਠੇ ਰਹੇ ਕਿ ਇਹਨਾਂ ਦਾ ਕੀ ਪਤਾ ਹੈ ਕੌਣ ਨੇ, ਤਾਂ ਗੁਰੂ ਸਾਹਿਬ ਭੱਟ ਕਲ ਸਹਾਰ ਜੀ ਆਖਦੇ ਕਿ ਜਿਹੜੇ ਸੰਸਾਰੀ ਗੁਰੂ ਦੀ ਮਹਿਮਾ ਤੋਂ ਅਣਜਾਣ ਰਹੇ, ਜਦੋਂ ਗੁਰੂ ਅੰਗਦ ਸਰੂਪ ਨੇ ਆਪਣਾ ਪ੍ਰਕਾਸ਼ ਕਿਰਪਾ ਰੂਪ ਕੀਤਾ ਅਤੇ ਮਨਮੁਖਤਾ ਕਰਕੇ ਗੁਰੂ ਸਰੂਪ ਦੀ ਪ੍ਰਤੀਤ ਨਾ ਹੋਣ ਕਰਕੇ ਜਿਹੜੇ ਸੰਸਾਰੀਆਂ ਨੂੰ ਦੁੱਖ ਵਿਆਪੇ ਸਨ ਉਹ ਵੀ ਸਾਰੇ ਹਰਨ ਕਰ ਲਏ। ਗੁਰ ਨਵ ਨਿਦ ਦਰਿਆਓ ਜਨਮ ਹਮ ਕਾਲਖ ਧੋਵੈ, ਅਤੇ ਭੱਟ ਕਲ ਸਹਾਰ ਜੀ ਆਖਦੇ ਨੇ ਕਿ ਗੁਰੂ 9 ਨਿਦਾਂ ਦਾ ਦਰਿਆ ਹੈ, ਅਸੀਂ ਇਹਦੇ ਵਿੱਚ ਇਸ਼ਨਾਨ ਕਰਕੇ ਆਪਣੇ ਸਗਲੇ ਜਨਮ ਦੀ ਕਾਲਖ ਧੋ ਲਈ ਹੈ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਭੱਟ ਕਲ ਸਹਾਰ ਜੀ ਆਖਦੇ ਹਨ ਕਿ ਐਸੇ ਸਤਿਗੁਰੂ ਸਰੂਪ ਨੂੰ ਸਦਾ ਸੇਵਣਾ ਚਾਹੀਦਾ ਹੈ ਜਿਹੜਾ ਦਿਨ ਰਾਤ ਹਰ ਦਮ ਸਾਡੇ ਹਿਰਦੇ ਅੰਦਰ ਸਹਿਜ ਬਣਾ ਕੇ ਭਗਤੀ ਦਾ ਅਤੇ ਸਿਫਤ ਦਾ ਪ੍ਰਕਾਸ਼ ਕਰਦਾ ਹੈ। ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁੱਖ ਜਾਏ। ਭੱਟ ਕਲ ਸਹਾਰ ਜੀ ਆਖਦੇ ਹਨ ਕਿ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਐਸੇ ਦਰਸ਼ਨਾਂ ਦੀ ਚਾਹਤ ਅਤੇ ਉਹਨਾਂ ਦਰਸ਼ਨਾਂ ਦੇ ਵਿੱਚ ਲੀਨ ਹੋਣ ਦੀ ਸਾਡੇ ਮਨ ਅੰਦਰ ਐਸੀ ਭਾਵਨਾ ਹੈ ਜਿਸ ਦਰਸ਼ਨ ਦੇ ਸਦਕਾ ਜਨਮ ਮਰਨ ਦੁੱਖ ਜਾਏ। ਕਿਉਂਕਿ ਉਹ ਧੰਨ ਸਨ ਜਿਨ੍ਹਾਂ ਨੇ ਗੁਰੂ ਨਾਨਕ ਸਰੂਪ ਨੂੰ ਤੱਕਿਆ। ਪਰ ਕਹਿੰਦੇ ਕਿਸੇ ਨੂੰ ਭੇਦ ਪੈ ਗਿਆ ਹੋਵੇਗਾ ਕਿ ਜੀ ਮੈਂ ਤਾਂ ਗੁਰੂ ਨਾਨਕ ਸਰੂਪ ਨੂੰ ਤੱਕਿਆ ਨਹੀਂ। ਗੁਰੂ ਨਾਨਕ ਸਾਹਿਬ ਬਾਰੇ ਕਿਹਾ ਕਿ ਜਿਨ੍ਹਾਂ ਨੇ ਉਹਨਾਂ ਨੂੰ ਤੱਕਿਆ, ਭਾਵੇਂ ਉਹ ਪਸ਼ੂ ਸਨ ਭਾਵੇਂ ਬਨਸਪਤੀ ਸੀ, ਸਾਰੀ ਦਾ ਕਲਿਆਣ ਹੋ ਗਿਆ। ਕਹਿੰਦੇ ਜਿਨ੍ਹਾਂ ਦੇ ਮਨ ਅੰਦਰ ਇਹ ਭੇਦ ਰਹਿ ਗਿਆ, ਭੱਟ ਕਲ ਸਹਾਰ ਜੀ ਆਖਦੇ ਹਨ ਦਰਸ਼ਨ ਪਰਸਿਐ ਗੁਰੂ ਕੈ, ਕਿ ਭੇਦ ਨਾ ਕਰੋ। ਭੇਦ ਉਹ ਸੰਪੂਰਨ ਪ੍ਰਕਾਸ਼ ਉਵੇਂ ਹੀ ਹੈ ਜਿਵੇਂ ਸੋਨੇ ਤੋਂ ਇੱਕ ਗਹਿਣਾ ਪਹਿਲਾਂ ਕੋਈ ਹੋਰ ਘੜ ਲਈਏ ਅਤੇ ਬਾਅਦ ਦੇ ਵਿੱਚ ਉਹਨੂੰ ਢਾਲ ਕੇ ਫਿਰ ਕੋਈ ਹੋਰ ਤਰ੍ਹਾਂ ਦਾ ਗਹਿਣਾ ਘੜ ਲਈਏ। ਨਾਮ ਅਤੇ ਰੂਪ ਵੱਖ ਹੋ ਜਾਂਦੇ ਹਨ, ਪਰ ਜਿਹੜੀ ਮੂਲ ਕੀਮਤ ਹੈ,
ਜਾਂ ਮੂਲ ਜਿਹੜੀ ਉਹਨਾਂ ਦੀ ਸਮਰੱਥਾ ਉਨੀ ਰਹਿੰਦੀ। ਇਸ ਕਰਕੇ ਪਟ ਕੱਲ ਸਹਾਰ ਜੀ ਆਖਦੇ ਹਨ ਕਿ ਗੁਰੂ ਅੰਗਦ ਦੇਵ ਸਾਹਿਬ ਜੀ ਦਰਸ਼ਨ ਮਾਤਰ ਦੇ ਨਾਲ ਮਨੁੱਖ ਦੇ ਜਿਹੜੇ ਜਨਮ ਕਾਲ ਦੇ ਸਾਰੇ ਸੰਕਟ ਕੱਟੇ ਜਾਂਦੇ ਹਨ। ਹੁਣ ਇੱਕ ਪੰਕਤੀ ਜਿਹੜੀ ਅਸੀਂ ਆਮ ਪੜ੍ਹਦੇ ਹਾਂ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸੰਬੰਧ ਦੇ ਵਿੱਚ ਕਿ ਅਕਸਰ ਜਦੋਂ ਅਸੀਂ ਕੋਈ ਗੁਰੂ ਸਾਹਿਬ ਜੀ ਦਾ ਪੁਰਬ ਆਉਂਦਾ ਹੈ, ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ, ਸਾਨੂੰ ਆ ਵੀ ਯਾਦ ਕਰ ਲੈਣੀ ਚਾਹੀਦੀ ਹੈ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ, ਕਿ ਗੁਰੂ ਅੰਗਦ ਸਰੂਪ ਦੀ ਵੀ ਓਨੀ ਹੀ ਵੱਡੀ ਮਹਿਮਾ ਹੈ ਜਿੰਦੀ ਵਹਿਮਾ ਨੂੰ ਅਸੀਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਰੂਪ ਵਿੱਚ ਯਾਦ ਕਰਦੇ ਹਾਂ। ਇਸ ਪ੍ਰਕਾਰ ਪਟ ਕੱਲ ਸਹਾਰ ਜੀ 10 ਸਵਈਆਂ ਦੇ ਰੂਪ ਵਿੱਚ ਗੁਰੂ ਨਾਨਕ ਸਰੂਪ, ਭਾਈ ਲਹਿਣਾ ਜੀ ਗੁਰੂ ਅੰਗਦ ਸਰੂਪ ਸਾਹਿਬ ਜੀ ਦੀ ਸਿਫਤ ਸਲਾਹ ਕਥਨ ਕਰਕੇ ਸਾਨੂੰ ਸਾਰਿਆਂ ਨੂੰ ਗੁਰੂ ਕੇ ਅਗੰਮ ਅਗੋਚਰ ਸਰੂਪ ਦੇ ਦਰਸ਼ਨ ਕਰਾਉਂਦੇ ਹਨ। ਜ਼ਿਕਰ ਕੀਤਾ ਸੀ ਕਹੋ ਕੀਰਤ ਕਲ ਸਹਾਰ, ਸਬਤ ਦੀਪ ਮਝਾਰ, ਲਹਿਣਾ ਜਗਤਰ ਗੁਰ ਪਰਸ ਮੁਰਾਰ, ਕਿ ਗੁਰੂ ਅੰਗਦ ਗੁਰੂ ਨਾਨਕ ਸਾਹਿਬ ਜਿਵੇਂ 7 ਦੀਪਾਂ ਵਿੱਚ ਸ਼ੋਭਾ ਹੈ, ਉਵੇਂ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਹੈ। ਅਤੇ ਜ਼ਿਕਰ ਕੀਤਾ ਹੈ ਜਨ ਪਰਸਿਓ ਕਲ ਸਮੁੱਲਵੈ, ਜਨ ਦਰਸ਼ਨ ਲਹਿਣੇ ਪਇਓ, ਅਤੇ ਗੁਰੂ ਅੰਗਦ ਸਰੂਪ ਦੇ ਦਰਸ਼ਨ ਦੇ ਨਾਲ ਹੀ ਵਾਹਿਗੁਰੂ ਦੇ ਦਰਸ਼ਨ। ਇਸ ਪ੍ਰਕਾਰ ਪਟ ਸਾਹਿਬਾਨਾਂ ਨੇ ਗੁਰੂ ਕੀ ਸਿਫਤ ਸਲਾਹ ਕੱਥ ਕੇ ਸਾਨੂੰ ਸਾਰਿਆਂ ਨੂੰ ਮਹਾਨਤਾ ਰੂਪ ਤਰਸ ਕਰਕੇ ਗੁਰੂ ਕੀ ਮੁਬਾਰਕ ਚਰਨਾਂ ਦੀ ਸੋਝੀ ਨਾਲ, ਪ੍ਰੀਤ ਨਾਲ, ਪ੍ਰੇਮ ਨਾਲ, ਗਿਆਨ ਨਾਲ, ਭਾਵਨਾ ਨਾਲ ਓਤ ਪੋਤ ਕੀਤਾ। ਸਤਿਗੁਰੂ ਕਿਰਪਾ ਕਰਨ ਸਾਰਿਆਂ ਦੇ ਹਿਰਦੇ ਅੰਦਰ ਸਤਿਗੁਰੂ ਸਰੂਪ ਦੀ ਸ਼ਰਧਾ, ਭਾਵਨਾ, ਅਕੀਦਤ, ਭਰੋਸਾ ਅਤੇ ਸਤਿਗੁਰੂ ਸਰੂਪ ਦਾ ਬ੍ਰਹਮੰਡੀ ਅਹਿਸਾਸ ਸਾਰਿਆਂ ਦੀ ਸੁਰਤ ਅੰਦਰ ਪੈਦਾ ਹੋ ਜਾਵੇ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਆਪ ਦੇ ਸਨਮੁਖ ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦਾ ਯਤਨ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਆਓ ਅੰਤਮ ਪੰਕਤੀਆਂ ਦਾ ਪਾਠ ਕਰਕੇ ਸਮਾਪਤੀ ਵੱਲ ਵਧੀਏ ਜੀ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।